ਨਿਕੰਦਨ। ਗੁਰੂ ਅਮਰਦਾਸ ਹਿਰਦੈ ਨਿਤ ਧਿਆਉ, ਹਿਰਦੈ ਨਿਤ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਉ। ਗੁਰੂ ਅਰਜਨ ਬਿਗਨ ਕੇ ਨਾਸ਼ਕ, ਬਿਗਨ ਕੇ ਨਾਸਕ। ਸ਼੍ਰੀ ਹਰਿ ਗੋਬਿੰਦ ਸੋ ਮਤ ਪਰਦਾਸਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰ ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋ ਤਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਏਕ ਓੰਕਾਰ ਸਤਿਗੁਰੂ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਦੋਹਰਾ ਗਮਨ ਕੀਨ ਤੈ ਤੇ ਪ੍ਰਭੂ ਜਾਨ ਆਨ ਅਸਥਾਨ। ਗੰਜਨ ਦਬ ਭੰਜਨ ਕਸ਼ਟ ਰੰਜਨ ਜਨ ਕੀ ਪ੍ਰਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤ ਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਪਿਛਲੇ ਦਿਨੀ ਵਿਚਾਰਾਂ ਸਰਪਣ ਕਰ ਰਹੇ ਸੀ ਜਦੋਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੋ ਐਸੇ ਨਗਰਾਂ ਵਿੱਚ ਗਏ। ਇੱਕ ਨਗਰ ਦੇ ਲੋਕਾਂ ਨੇ ਸਤਿਗੁਰਾਂ ਦੀ ਸੇਵਾ ਜਲ ਪਾਣੀ ਆਦਿ ਕੁਛ ਨਹੀਂ ਪੁੱਛਿਆ, ਬਲਕਿ ਕਹਿੰਦੇ ਸਾਡੇ ਪਿੰਡ ਵਿੱਚ ਨਹੀਂ ਰੁਕਣਾ, ਅੱਗੇ ਜਾਓ। ਤਾਂ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਕਹਿਣ ਲੱਗੇ ਵਸਦੇ ਰਹੋ ਭਾਈ, ਵਸਦੇ ਰਹੋ। ਔਰ ਅਗਲੇ ਪਿੰਡ ਗਏ ਤੇ ਅਗਲੇ ਪਿੰਡ ਵਾਲਿਆਂ ਨੇ ਬੜੀ ਸੇਵਾ ਪਾਣੀ ਕੀਤੀ, ਬਚਨ ਵਿਚਾਰ ਬਲਾਸ ਕੀਤੇ, ਸਤਸੰਗ ਹੋਈ। ਰਾਤ ਨੂੰ ਸਾਰੀ ਰਾਤ ਵਿਚਾਰਾਂ ਹੋਈਆਂ, ਦੀਵਾਨ ਸਜਿਆ। ਤੜਕੇ ਸਤਿਗੁਰੂ ਪਾਤਸ਼ਾਹ ਜੀ ਜਾਣ ਲੱਗੇ ਤੇ ਕਹਿੰਦੇ ਮਰਦਾਨੇ ਆ ਇਹ ਸਾਰਾ ਪਿੰਡ ਉਜੜੂਗਾ। ਮਰਦਾਨਾ ਕਹਿੰਦਾ ਜੀ ਤੁਹਾਡੀ ਵੀ ਸਮਝ ਨਹੀਂ ਆਉਂਦੀ, ਜਿਨ੍ਹਾਂ ਨੇ ਸਾਨੂੰ ਪਿੰਡ ਵਿੱਚ ਰੁਕਣ ਨਹੀਂ ਦਿੱਤਾਗਾ, ਕੋਈ ਚਾਹ ਪਾਣੀ ਨਹੀਂ ਪੁੱਛਿਆ, ਕੋਈ ਜਲ ਪਾਣੀ ਨਹੀਂ ਪੁੱਛਿਆ, ਕੋਈ ਸੇਵਾ ਨਹੀਂ ਕੀਤੀ, ਸਾਡੀ ਗੱਲ ਨਹੀਂ ਸੁਣੀ, ਉਹਨਾਂ ਨੂੰ ਤਾਂ ਕਹਿਤਾ ਵਸਦੇ ਰਹੋ, ਵਸਦੇ ਰਹੋ। ਇਹਨਾਂ ਵਿਚਾਰਿਆਂ ਨੇ ਸੇਵਾ ਵੀ ਕੀਤੀ, ਸਾਰੀ ਰਾਤ ਆਪਣੀਆਂ ਗੱਲਾਂ ਬਾਤਾਂ ਵੀ ਸੁਣੀਆਂ ਤੇ ਇਹਨਾਂ ਤੁਸੀਂ ਕਹਿੰਦੇ ਉਜੜਨਗੇ। ਇਹ 'ਚ ਕੋਈ ਸ਼ੱਕ ਨਹੀਂ, ਬਾਣੀ ਦਾ ਬਚਨ ਹੈ ਕਮਲਾ ਪਦ ਕਵਲਾ ਨਹੀਂ ਜਾਣਾ। ਕਮਲਾ ਮਾਇਆ ਸ੍ਰਿਸ਼ਟੀ, ਆਪਾਂ ਸਾਰੇ ਮਾਇਆ ਹਾਂ, ਲక్ష్ਮੀ ਦੇ ਰੂਪ ਹਾਂ ਤੇ ਪਤੀ ਸਾਡਾ ਪਰਮਾਤਮਾ ਹੈ। ਮਤਲਬ ਪਰਮਾਤਮਾ ਦੇ ਕੰਮਾਂ ਦੀ ਸਾਨੂੰ ਸਮਝ ਨਹੀਂ ਆਈ। ਪੂਰਾ ਅਰਥ ਕਰ ਦਈਏ ਤਾਂ ਸਮਝ ਲਓ ਕਿ ਪਰਮੇਸ਼ਰ ਦੀ ਅਰਧੰਗਨੀ ਉਹਦੀ ਪਤਨੀ ਲక్ష్ਮੀ ਨੂੰ ਰੱਬ ਦੀਆਂ ਗੱਲਾਂ ਦੀ ਸਮਝ ਨਹੀਂ ਆਉਂਦੀ। ਤੇ ਨਾਨਕ ਜੀ ਨੂੰ ਮਰਦਾਨਾ ਕਹਿੰਦਾ ਜੀ ਤੁਹਾਡੀ ਵੀ ਸਮਝ ਨਹੀਂ ਆਉਂਦੀ। ਇਹਦਾ ਕੀ ਕਾਰਨ ਹੈ? ਉਹਨਾਂ ਨੂੰ ਪਿਆਰ ਨਾਲ ਕਹਿਤਾ ਵਸਦੇ ਰਹੋ ਤੇ ਇਹਨਾਂ ਨੂੰ ਕਹਿਤਾ ਉਜੜਨਗੇ। ਇਹ ਕਹਿੰਦੇ ਮਰਦਾਨਿਆਂ ਉਹ ਪਿੰਡ ਵਾਲੇ ਜਿਹੜੇ ਸੀ ਨਾ ਉਹਨਾਂ ਨੂੰ ਸੇਵਾ ਨਹੀਂ ਕਰਨੀ ਆਉਂਦੀ, ਉਹ ਉੱਥੇ ਵਸਦੇ ਹੀ ਚੰਗੇ ਆ। ਕਿਸੇ ਹੋਰ ਪਿੰਡ ਜਾਣਗੇ ਉਹਨਾਂ ਨੂੰ ਵਿਗਾੜਨਗੇ, ਲੋਕਾਂ ਨੂੰ ਸੇਵਾ ਕਰਨੀ ਸਿਖਾਉਣ ਦੀ ਬਜਾਏ ਕੱਟਣਗੇ, ਰੋਕਣਗੇ, ਟੀਕਾ ਟਿੱਪਣੀਆਂ ਕਰਨਗੇ। ਉਹ ਉੱਥੇ ਵਸਦੇ ਹੀ ਚੰਗੇ ਆ। ਇਹ ਜੇ ਪਿੰਡ ਵਿੱਚ 100 ਘਰ ਹੋਇਆ, ਇਹ 100 ਦਾ 100 ਘਰ ਉਜੜ ਕੇ ਹੋਰ ਨਗਰਾਂ ਵਿੱਚ ਜਾ ਕੇ ਵਸਣਗੇ ਔਰ ਉਹਨਾਂ ਲੋਕਾਂ ਨੂੰ ਵੀ ਸੇਵਾ ਕਰਨੀ ਸਿਖਾਉਣਗੇ। ਇਸ ਕਰਕੇ ਗੁਰੂ ਨਾਨਕ ਦੇਵ ਜੀ ਨਾ ਤਾਂ ਆਪ ਟਿਕੇ ਆ, 4 ਉਦਾਸੀਆਂ ਚੱਲਦੇ ਰਹੇ ਆ ਤੇ ਜਿਹੜੇ ਚੰਗੇ ਲੱਗੇ ਉਹਨਾਂ ਨੂੰ ਵੀ ਕਹਤਾ ਤੁਸੀਂ ਵੀ ਚੱਲਦੇ ਰਹੋ। ਇਹ ਗੁਰੂ ਕਿਰਪਾ ਸਦਕਾ ਗੁਰੂ ਕੇ ਪ੍ਰਚਾਰਕ ਵੀ ਗੁਰੂ ਪਿਆਰੋ ਲਗਭਗ ਗ੍ਰੰਥੀ ਜਿਹੜੇ ਆ ਉਹਨਾਂ ਨੂੰ ਵੀ ਕੋਈ ਟਿਕਣ ਨਹੀਂ ਦਿੰਦਾ ਕਿ ਗੁਰੂ ਸਾਹਿਬ ਦਾ ਹੁਕਮ ਹੀ ਆ ਚੱਲਦੇ ਰਹੋ। ਖੈਰ
ਇਹ ਸ਼ਬਦ ਇਹ ਕਥਾ ਆਪਾਂ ਪਿਛਲੇ ਦਿਨੀ ਸਰਵਣ ਕੀਤੀ। ਅਗਲੀ ਕਥਾ ਆਰੰਭ ਕਰਦੇ ਆ। ਇੱਥੋਂ ਮੇਰੇ ਪ੍ਰੀਤਮ ਜੀ ਅੱਗੇ ਚਾਲੇ ਪਾਉਂਦੇ ਕਿਹੜੇ ਪਾਸੇ ਜਾਂਦੇ ਆ, ਇਹ ਵਿਚਾਰਾ ਸਰਵਣ ਕਰੀਏ। ਉਸ ਤੋਂ ਪਹਿਲਾਂ ਆਪਣੀਆਂ ਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਮਨ ਕੀਨ ਤੈ ਪ੍ਰਭੂ ਜਾਨ ਆਨ ਅਸਥਾਨ। ਇੱਥੋਂ ਮੇਰੇ ਪ੍ਰੀਤਮ ਜੀ ਨੇ ਚਾਲੇ ਪਾਏ ਕਿਸੇ ਅਗਲੇ ਅਸਥਾਨ ਤੇ ਜਾ ਕੇ ਸਿੱਖੀ ਦਾ ਪ੍ਰਚਾਰ ਕਰਨ ਲਈ। ਗੰਜਨ ਦਬ ਭੰਜਨ ਕਸ਼ਟ ਰੰਜਨ ਜਨ ਕੀ ਪ੍ਰਾਨ। ਗੰਜਨ ਦੰਭ ਹੁੰਦਾ ਪਖੰਡ, ਪਖੰਡ ਨੂੰ ਖਤਮ ਕਰਨ ਲਈ, ਦੁੱਖਾਂ ਨੂੰ ਦੂਰ ਕਰਨ ਲਈ ਅਤੇ ਜਨ ਰੰਜਨ ਭਾਵ ਜਨਾਂ ਨੂੰ ਸੁਖ ਦੇਣ ਲਈ ਚਾਲੇ ਪਾਉਂਦੇ ਹਨ। ਦੋਹਰਾ ਸੁਖ ਸਾਗਰ ਨਾਗਰ ਗੁਰੂ ਜਗਤ ਉਜਾਗਰ ਰੂਪ। ਧੰਨ ਗੁਰੂ ਨਾਨਕ ਦੇਵ ਜੀ ਦੀ ਪਹਿਲਾਂ ਸਿਫਤ ਕਰਦੇ ਆ ਭਾਈ ਸੰਤੋਖ ਸਿੰਘ ਕਵੀ। ਕਥਾ ਲਿਖਣ ਤੋਂ ਪਹਿਲਾਂ ਇੱਕ ਮੰਗਲਾ ਚਰਨ ਕਰਦੇ ਆ। ਮੰਗਲਾ ਚਰਨ ਗੁਰੂ ਵਿੱਚ ਗੁਰੂ ਨਾਨਕ ਜੀ ਨੂੰ ਕਹਿੰਦੇ ਹਨ ਕਿ ਸੁੱਖਾਂ ਦੇ ਸਾਗਰ। ਨਾਗਰ ਹੁੰਦਾ ਮਹਾਨ ਜਗਤ ਪ੍ਰਸਿੱਧ ਜਿਹਨੂੰ ਸਾਰੀ ਦੁਨੀਆ ਜਾਣਦੀ ਹੈ, ਸਮੁੰਦਰ ਸਰਵ ਕਲਾ ਸਮਰੱਥ ਨਿਪੁੰਨ। ਐਸੇ ਸਤਿਗੁਰੂ ਨਾਨਕ ਦੇਵ ਜੀ ਜਗਤ ਉਜਾਗਰ ਰੂਪ ਆ ਜਿਹੜੇ ਸਾਰੀ ਦੁਨੀਆ ਵਿੱਚ ਪ੍ਰਗਟ ਹੋ ਚੁੱਕੇ ਹਨ। ਬੰਦੋ ਪਦ ਅਰਬਿੰਦ ਕੋ ਉਚਰੋ ਕਥਾ ਅਨੂਪ। ਐਸੇ ਸਤਿਗੁਰਾਂ ਦੇ ਚਰਨਾਂ ਵਿੱਚ ਨਾਮ ਸਕਾਰ ਕਰਕੇ ਮੈਂ ਅਗਲੀ ਸੁੰਦਰ ਕਥਾ ਕਹਿੰਦਾ ਹਾਂ। ਚੌਪਈ ਸ਼੍ਰੀ ਅੰਗਦ ਸੁਨ ਕਥਾ ਸੁਹਾਨੀ ਗਮਨ ਕੀਨ ਆਗੇ ਗੁਣ ਖਾਨੀ। ਇਹ ਕਥਾ ਪੈਸੇ ਭਾਈ ਬਾਲਾ ਜੀ ਨੇ ਉਚਾਰਨ ਕੀਤੀ ਸੀ। ਇਸ ਕਰਕੇ ਜਦੋਂ ਕਥਾ ਆਰੰਭ ਹੁੰਦੀ ਹੈ ਗੁਰੂ ਅੰਗਦ ਦੇਵ ਜੀ ਅਗਲੀ ਕਥਾ ਸੁਣੋ, ਕਿਉਂਕਿ ਸੰਤੋਖ ਸਿੰਘ ਕਵੀ ਨੇ ਤਾਂ ਭਾਈ ਬਾਲਾ ਜੀ ਦੀ ਲਿਖੀ ਹੋਈ ਸਾਖੀ ਭਾਈ ਬਾਲੇ ਵਾਲੀ ਮੂਲ ਲੈ ਕਰਕੇ ਫਿਰ ਉਸ ਨੂੰ ਛੰਦਾਬੰਦੀ ਵਿੱਚ ਸਾਨੂੰ ਸਾਖੀਆਂ ਬਣਾ ਕੇ ਦਿੱਤੀਆਂ। ਵਿੱਚ ਹੋਰ ਵੀ ਬਹੁਤ ਚੀਜ਼ਾਂ ਕੰਮ ਦੀਆਂ ਉਹਨਾਂ ਨੇ ਐਡ ਕਰ ਲਈਆਂ। ਤਾਂ ਭਾਈ ਬਾਲਾ ਜੀ ਅਸਲ ਵਿੱਚ ਇਹ ਕਥਾ ਸੁਣਾਉਂਦੇ ਆ। ਭਾਈ ਬਾਲਾ ਜੀ ਕਹਿੰਦੇ, ਹੇ ਗੁਰੂ ਅੰਗਦ ਦੇਵ ਜੀ ਮਹਾਰਾਜ, ਆਓ ਅਗਲੀ ਸੁਹਾਨੀ ਸੁੰਦਰ ਕਥਾ ਸਰਵਣ ਕਰੋ। ਜਿਵੇਂ ਗੁਰੂ ਨਾਨਕ ਦੇਵ ਜੀ ਗੁਣਾਂ ਦੀ ਖਾਨ ਅੱਗੇ ਜਾਂਦੇ ਹਨ। ਉਤੋ ਸਤ ਘਰਾ ਇੱਕ ਸਥਾਨਾ ਤਹਾਂ ਪਹੁੰਚੇ ਕਿਰਪਾ ਨਿਧਾਨਾ। ਤਾਂ ਗੁਰੂ ਪਿਆਰਿਓ ਇਹ ਇੱਕ ਪਿੰਡ ਦਾ ਨਾਮ ਹੈ ਸਤਘਰਾ। ਕਹਿੰਦੇ ਸਤਘਰਾ ਨਾਮ ਦੇ ਪਿੰਡ ਵਿੱਚ ਪਹੁੰਚਦੇ ਹਨ। ਗਮਨੇ ਬਹੁਤ ਬਾਜ਼ਾਰ ਮਜਾਰਾ ਬੈਠ ਗਏ ਕਹਾਟ ਉਤਾਰਾ। ਔਰ ਇਹ ਇੱਕ ਨਗਰ ਹੈ ਜਿਸ ਦੇ ਵਿੱਚ ਇੱਕ ਬਾਜ਼ਾਰ ਵੀ ਬਣਿਆ ਹੋਇਆ ਹੈ। ਇਸ ਬਾਜ਼ਾਰ ਦੇ ਅੰਦਰ ਚਲੇ ਗਏ ਹਨ ਔਰ ਇੱਕ ਸੁੰਦਰ ਦੁਕਾਨ ਸਾਹਮਣੇ ਜਿਸ ਤੇ ਬੜੀ ਭੀੜ ਲੱਗੀ ਹੋਈ ਹੈ, ਬੜਾ ਗਾਹਕ ਪੈ ਰਿਹਾ। ਉਸ ਦੇ ਸਾਹਮਣੇ ਜੇ ਹੋ ਕੇ ਦੂਜੇ ਪਾਸੇ ਬੈਠ ਗਏ। ਉਤੋ ਧਨਾੜ ਸ਼ਾਹ ਇੱਕ ਭਾਰੀ ਕਾਮੇ ਜੇ ਕੇ ਬਹੁਤ ਅਗਾਰੀ। ਇਹ ਬੜਾ ਤਕੜਾ ਸੇਠ ਸੀਗਾ ਜਿਸ ਦੀ ਦੁਕਾਨ ਤੇ ਬਹੁਤ ਸਾਰੇ ਕਾਮੇ ਭਾਵ ਰੱਖੇ ਹੋਏ ਬੱਚੇ ਕੰਮ ਕਰਦੇ ਸਨ। ਜਗ ਕੀ ਧੰਦ ਅਦਕ ਸੋ ਕਰੀ ਰਿਦੇ ਨਾਮ ਹਰ ਕਦੇ ਨਾ ਕਰੀ। ਔਰ ਬੜੇ ਖਚਤ ਹੈ ਗੁਰੂ ਪਿਆਰਿਓ ਦੁਕਾਨਦਾਰੀ ਦੇ ਕੰਮ ਦੇ ਵਿੱਚ। ਸੌਦਾ ਬਹੁਤ ਵਿਕ ਰਿਹਾ, ਗਾਹਕ ਬਹੁਤ ਪੈ ਰਿਹਾ। ਧਿਆਨ ਦਿਓ, ਬੜੇ ਲੋਕ ਆ ਰਹੇ ਨੇ ਗੁਰੂ ਪਿਆਰਿਓ। ਸੇਠ ਵੀ ਮਸਤ ਹੈ, ਪੈਸੇ ਆ ਰਹੇ ਆ, ਗੱਲੇ ਵਿੱਚ ਪਾ ਰਹੇ ਆ, ਸੌਦੇ ਵੇਚੇ ਜਾ ਰਹੇ ਹਨ। ਕਰਤ ਬਨਜ ਸਭ ਦਿਵਸ ਬਿਤਾਵਤ ਪਚੀ ਪਿਓ ਕਬੇ ਨਾ ਬਿਸਰਾਵਤ। ਔਰ ਜਿਉਂ ਤੜਕੇ ਸਨੇਹਾਂ ਤੋਂ ਲੱਗਦਾ ਗਈ ਰਾਤ ਤੱਕ ਸਾਰਾ ਦਿਨ ਇਹ ਵਪਾਰ ਕਰਦਾ ਰਹਿੰਦਾ ਹੈ ਔਰ ਵਪਾਰ ਦੇ ਵਿੱਚ ਹੀ ਪਚਿਆ ਹੋਇਆ, ਮਸਤ ਹੈ ਧੰਦਿਆਂ ਵਿੱਚ, ਪਰ ਰੱਬ ਚੇਤੇ ਨਹੀਂ ਇਸ ਦੇ। ਦੋਹਰਾ ਘਟੀ ਦੋਏ ਤਿਨ ਜਬ ਰਹਾ ਮਰਦਾਨੇ ਤ੍ਰਿਗ ਲਾਏ। ਪ੍ਰੀਤਮ ਦਾ ਇੱਕ ਬਚਨ ਹੈ, ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ। ਦਮ ਦਮ ਕਹੀਏ ਤੇ ਸਵਾਸ ਸਵਾਸ ਨਾਲ ਬੰਦਾ ਕੀ ਕਰਦਾ ਹੈ ਕਿ ਮੇਰਾ ਪੈਸਾ ਨਾ ਚਲਿਆ ਜਾਵੇ। ਇੱਥੇ ਦੱਦੇ ਟਿੱਪੀ ਦਮ ਲਾਇਆ, ਪਰ ਅਸਲ ਦੇ ਵਿੱਚ ਦਮ ਦਮ ਦੇ ਨਾਲ ਪਰਮੇਸ਼ਰ ਨੂੰ ਸੰਭਾਲਣਾ ਸੀ। ਬਾਬਾ ਜੀ ਕਹਿੰਦੇ ਵੰਡ ਕਰਦਾ ਦਿਨ ਰਾਤ ਸਾਰਾ ਦਿਨ, ਪਰ ਇਹਦੇ ਦਿਮਾਗ ਦੇ ਵਿੱਚੋਂ ਮਾਇਆ ਦਾ ਵਪਾਰ ਤਾਂ ਕਦੇ ਵੀ ਨਹੀਂ ਭੁੱਲਦਾ, ਧੰਦਿਆਂ ਵਿੱਚ ਲੱਗਿਆ ਰਹਿੰਦਾ ਹੈ। ਪਰਮੇਸ਼ਰ ਇਹਦੇ ਯਾਦ ਨਹੀਂ ਹੈ। ਘੜੀ ਦੋ ਘੜੀਆਂ ਦਿਨ ਬਾਕੀ ਰਹਿ ਗਏ। ਭਾਈ ਮਰਦਾਨਾ ਜੀ ਵੀ ਗੁਰੂ ਨਾਨਕ ਜੀ ਕੋਲ ਬੈਠੇ ਆ ਸਾਹਮਣੇ ਦੁਕਾਨ ਦੇ।
ਮਰਦਾਨੇ ਦਾ ਪੂਰਾ ਧਿਆਨ ਹੈ, ਬੜਾ ਗਾਹਕ ਪੈ ਰਿਹਾ, ਬੜੇ ਲੋਕ ਆ ਰਹੇ ਨੇ, ਬਈ ਕਮਾਲ ਹੋ ਗਈ, ਇੰਨਾ ਗਾਹਕ ਪੈ ਰਿਹਾ ਹੈ। 2 ਘੜੀਆਂ ਦਿਨ ਬਾਕੀ ਸੀ। ਦੋਹਰਾ ਘਟੀ ਦੋਏ ਦਿਨ ਜਬ ਰਹਾ ਮਰਦਾਨੇ ਦ੍ਰਿਗ ਲਾਏ। ਭਾਈ ਮਰਦਾਨਾ ਜੀ ਦੇਖਦੇ ਹਨ ਜਦੋਂ ਤਾਂ ਕਹਿੰਦੇ ਕਹਿਓ ਸੁਖੀ ਬਹੁਸ਼ਾਇਓ ਸੁਖ ਸੋ ਦਿਵਸ ਬਤਾਏ। ਮਹਾਰਾਜ ਜੀ ਇਹ ਸੇਠ ਤਾਂ ਬਹੁਤ ਖੁਸ਼ ਹੋਵੇਗਾ, ਕਿਉਂਕਿ ਚੰਗਾ ਗਾਹਕ ਪੈਂਦਾ। ਦੁਨੀਆ ਤਾਂ ਮਾਇਆ ਦੇ ਨਾਲ ਹੀ ਸੋਚਦੀ ਹੈ ਕਿ ਫਲਾਣੇ ਕੋਲੇ ਮਾਇਆ ਬਹੁਤ ਹੈ, ਬੜਾ ਖੁਸ਼ ਹੋਵੇਗਾ, ਬੜਾ ਸੁਖੀ ਹੋਵੇਗਾ। ਪਰ ਜ਼ਰੂਰੀ ਨਹੀਂ ਕਿ ਮਾਇਆ ਧਾਰੀ ਸੁਖੀ ਹੋਵੇ। ਮਾਇਆ ਧਾਰੀ ਦੁਖੀ ਬੰਦਾ ਤਾਂ ਏਸੀ ਰੂਮ ਦੇ ਵਿੱਚ ਜਾ ਕੇ ਵੀ ਤਪਦਾ ਰਹਿੰਦਾ, ਉੱਥੇ ਜਾ ਕੇ ਵੀ ਸੁਖੀ ਨਹੀਂ ਹੋ ਸਕਦਾ। ਭਾਈ ਮਰਦਾਨਾ ਜੀ ਨੇ ਸਾਡਾ ਸੰਸਾਰੀ ਸੁਭਾਅ ਬਿਆਨ ਕੀਤਾ ਹੈ। ਕਹਿੰਦੇ ਮਹਾਰਾਜ ਇਹ ਸੇਠ ਤਾਂ ਬਹੁਤ ਹੀ ਸੁਖੀ ਹੋਵੇਗਾ, ਕਿੰਨਾ ਗਾਹਕ ਪੈ ਰਿਹਾ ਹੈ। ਕਰਨ ਦਾਨ ਕੀ ਮਨ ਮੇ ਨਾਹੀ ਬੇਮੁਖ ਸੰਤਨ ਤੇ ਇਹ ਆਹੀ। ਔਰ ਜਿਉਂ ਤੜਕੇ ਤੋਂ ਲੱਗਿਆ ਮਹਾਰਾਜ ਧੰਦਿਆਂ ਵਿੱਚ ਫਸਿਆ ਹੋਇਆ, ਔਰ ਜਿਹੜੇ ਨੌਜਵਾਨ ਹਨ ਨਾਲ ਸੇਵਾ ਕਰਵਾ ਰਹੇ ਹਨ। ਚੌਪਈ ਕਬ ਕੇ ਤੁਮ ਬੈਠੇ ਸਥਾਈ ਦ੍ਰਿਸ਼ ਨ ਇਸ ਕੀ ਹਮ ਦਿਸ਼ ਆਈ। ਔਰ ਕੰਮ 'ਚ ਕਿੰਨਾ ਮਸਤ ਹੈ। ਆਪਾਂ ਤੜਕੇ ਦੇ ਸਾਹਮਣੇ ਬੈਠੇ ਆ, ਆਪਣੇ ਬੰਨੀ 1 ਮਿੰਟ ਵੀ ਨਹੀਂ ਦੇਖਿਆ ਇਸਨੇ। ਕਰਨ ਦਾਨ ਕੀ ਮਨ ਮੇ ਨਾਹੀ ਬੇਮੁਖ ਸੰਤਨ ਤੇ ਆਹੀ। ਔਰ ਇਸ ਮੂਰਖ ਨੂੰ ਇਹ ਨਹੀਂ ਪਤਾ ਲੱਗਦਾ ਵੀ ਸਾਹਮਣੇ ਸਾਧੂ ਬੈਠੇ ਆ, ਤੜਕੇ ਦੀ ਕੋਈ ਭੁੱਖ ਲੱਗੀ ਹੋ। ਮਰਦਾਨੇ ਦਾ ਸੁਭਾਅ ਜਿਹੜਾ ਤਾਂ ਵੈਸੇ ਮਰਦਾਨੇ ਦਾ ਸੁਭਾਅ ਹੈ, ਗੁਰੂ ਨਾਨਕ ਜੀ ਦੀ ਮਰਜ਼ੀ ਹੋਈ ਹੈ। ਜਦੋਂ ਚਾਹੇ ਤਾਂ ਸੰਤੋਖ ਦੇ ਦਿੰਦੇ ਆ, ਜਦੋਂ ਚਾਹੇ ਤਾਂ ਭੁੱਖ ਲਾ ਦਿੰਦੇ ਆ। ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਇਹ ਸਾਧੂਆਂ ਸੰਤਾਂ ਤੋਂ ਬੇਮੁਖ ਹੀ ਲੱਗਦਾ, ਨਹੀਂ ਤਾਂ ਆਪਾਂ ਨਾ ਕਈਆਂ ਦਾ ਸੁਭਾਅ ਹੁੰਦਾ, ਕੋਈ ਮਹਾਂਪੁਰਸ਼ ਮਿਲਦਾ ਤਾਂ ਅਸੀਂ ਭੱਜ ਕੇ ਬੁਲਾਉਣੇ, ਆਓ ਬਾਬਾ ਜੀ ਠੀਕ ਠਾਕ ਹੋ ਮਹਾਂਪੁਰਸ਼ੋ, ਹੋਰ ਸੁਣਾਓ ਕੋਈ ਜਲ ਪਾਣੀ ਛਕਾਈਏ। ਕਈਆਂ ਦਾ ਸੁਭਾਅ ਹੁੰਦਾ ਹੋਣਾ ਕੋਈ ਸਾਧ ਛੱਡੋ ਖੈੜਾ ਕਹੋ ਸਤਨਾਮ। ਇਹ ਬੜਾ ਬੇਮੁਖ ਬੰਦਾ ਲੱਗਦਾ ਸੰਤਾਂ ਤੋਂ। ਮਹਾਰਾਜ ਆਪਾਂ ਤੜਕੇ ਦੇ ਬੈਠੇ, ਆਪਾਂ ਨੂੰ ਬੁਲਾਇਆ ਤੱਕ ਨਹੀਂ, ਪੈਸੇ ਕਮਾਉਣ ਚ ਮਸਤ ਹੈ। ਕਾਬੇ ਨਾ ਸੇਵਕੀ ਤੂਕੀ ਕਰੀ ਭਾਉ ਭਗਤ ਕੋਰੇ ਦੇ ਨਾ ਕਰੀ। ਮੈਨੂੰ ਲੱਗਦਾ ਸਾਧੂ ਸੰਤਾਂ ਨੂੰ ਇਹ ਬੁਲਾਉਂਦਾ ਨਹੀਂ ਹੋਣਾਗਾ, ਸੇਵਾ ਜਾਣਦਾ ਨਹੀਂ ਹੋਣਾਗਾ, ਪ੍ਰੇਮਾ ਭਗਤੀ ਇਹਦੇ ਹਿਰਦੇ ਵਿੱਚ ਹੈ ਹੀ ਨਹੀਂ। ਸੋਕੀ ਰਹਿ ਤਾਂ ਉਲਟੀ ਇਹ ਜਾਨੀ ਸੁਣ ਕੇ ਅਸ ਬੋਲੇ ਗੁਰ ਖਾਨੀ। ਔਰ ਗੁਰੂ ਪਿਆਰਿਓ ਕਹਿਣ ਲੱਗਿਆ ਮਰਦਾਨਾ ਮਹਾਰਾਜ ਇਹ ਤਾਂ ਸੁਖੀ ਬਹੁਤ ਹੋਵੇਗਾ, ਕਿੰਨੇ ਪੈਸੇ ਇਹਦੇ ਕੋਲੇ ਆ, ਕੀ ਵਾਕਿਆ ਹੀ ਸੁਖੀ ਹੈ। ਚੌਪਈ ਰੀਤ ਕੋ ਲੁਕ ਕੀ ਦੁਖ ਕੋ ਦੇਈ ਜਿਨੇ ਗਿਆਨ ਸੁਖਿਆ ਹੈ ਤੇ। ਤਾਂ ਗੁਰੂ ਪਿਆਰਿਓ ਮਰਦਾਨਾ ਹੁਣ ਸਵਾਲ ਪੁੱਛਦਾ ਹੈ ਵੀ ਨਾਲੇ ਤਾਂ ਬੇਮੁਖ ਹੈ, ਸਾਧੂਆਂ ਸੰਤਾਂ ਨਾਲ ਗੱਲ ਕਰਨ ਦੀ ਇਹਦੀ ਆਦਤ ਨਹੀਂ, ਸ਼ੌਕ ਨਹੀਂ, ਨਾਲੇ ਬੇਮੁਖ ਹੈ ਤੇ ਨਾਲੇ ਪੈਸਾ ਕਿੰਨਾ ਆ ਰਿਹਾ, ਮਾਇਆ ਕਿੰਨੀ ਆ ਰਹੀ ਹੈ। ਧਿਆਨ ਦਿਓ, ਆਪਾਂ ਇਹੀ ਸੋਚਦੇ ਹਾਂ ਯਾਰ ਫਲਾਨਾ ਬੰਦਾ ਕਦੇ ਗੁਰਦੁਆਰੇ ਜਾਂਦਾ ਨਹੀਂ ਵੇਖਿਆ ਹੈ, ਕੋਠੀਆਂ ਤੇ ਕੋਠੀਆਂ ਠੋਕੀ ਜਾਂਦਾ, ਕਦੇ ਫਲਾਨੀ ਗੱਡੀ ਲਿਆਂਦੀ, ਕਦੇ ਝੌਂਕੀ ਲਿਆਂਦੀ, ਇੰਨੇ ਪੈਸੇ ਕਿੱਥੋਂ ਆਉਂਦੇ ਆ। ਗੁਰਦੁਆਰੇ ਕਦੇ ਧਰਮ ਸਥਾਨ ਤੇ ਕਦੇ ਜਾਂਦਾ ਨਹੀਂ ਵੇਖਿਆਗਾ, ਸਾਰਾ ਦਿਨ ਕਮਾਈ 'ਚ ਲੱਗਿਆ ਰਹਿੰਦਾ। ਆ ਥੋੜੇ ਚਿਰ 'ਚ ਛੋਟੀ ਜੀ ਦੁਕਾਨ ਤੋਂ ਵੱਡੀ ਦੁਕਾਨ ਲਾਲ ਬਣਾ ਲਈ ਆ, ਥੋੜੇ ਦਿਨਾਂ ਵਿੱਚ ਹੀ ਬੜੀ ਕਮਾਈ ਕਰ ਲਈ ਆ। ਇਹਦਾ ਕੀ ਕਾਰਨ ਹੈ? ਮਰਦਾਨਾ ਵੀ ਉਹੀ ਕਹਿੰਦਾ ਮਹਾਰਾਜ ਸੰਤਾਂ ਦੇ ਨਾਲ ਗੱਲ ਕਰਨ ਦੀ ਆਦਤ ਨਹੀਂ, ਪਰ ਗਾਹਕ ਕਿੰਨਾ ਪੈ ਰਿਹਾ ਹੈ, ਇਹਦਾ ਕੀ ਕਾਰਨ ਹੈ? ਬਾਬਾ ਜੀ ਕਹਿਣ ਲੱਗੇ ਰੀਤ ਕੋ ਲੁਕ ਕੀ ਦੁਖ ਕੋ ਦੇਈ ਜਿਨੇ ਗਿਆਨ ਸੁਖਿਆ ਹੈ ਤੇ। ਮਰਦਾਨਿਆ ਜ਼ਰੂਰੀ ਨਹੀਂ ਕਿਸੇ ਕੋਲੇ ਬਾਹਲੇ ਪੈਸੇ ਹੋਣ ਤਾਂ ਸੁਖੀ ਹੋਵੇ, ਨਾ ਸੁਖ ਵਿੱਚ ਗ੍ਰਸਤ ਦੇ। ਗ੍ਰਸਤੀ ਲੋਕ ਵੀ ਦੁਖੀ ਆ, ਤੇ ਕਈ ਗ੍ਰਸਤੀ ਜੀਵਨ ਦੇ ਦੁੱਖਾਂ ਨੂੰ ਦੇਖ ਕੇ ਛੱਡ ਕੇ ਜੰਗਲਾਂ ਨੂੰ ਭੱਜ ਗਏ। ਉਹ ਜੰਗਲਾਂ ਵੀ ਜਾ ਕੇ ਦੁਖੀ ਆ ਵੀ ਯਾਰ ਇਦੋਂ ਤਾਂ ਵਿਆਹ ਕਰਾ ਲੈਂਦੇ, ਘਰੇ ਧੋਤੇ ਕੱਪੜੇ ਤਾਂ ਮਿਲ ਜਾਂਦੇ, ਕੋਈ ਸਤਨਾਮ। ਜੰਗਲਾਂ ਵਿੱਚ ਰਹਿੰਦੇ ਆ, ਹੁਣ ਨਾ ਰੋਟੀ ਦਾ ਫਿਕਰ ਨਾ ਹੋਰ ਸਾਰਾ ਕੁਝ ਦਾ ਫਿਕਰ ਰਹਿੰਦਾ। ਇਸ ਕਰਕੇ ਦੋਨੇ ਹੀ ਦੁਖੀ ਹੈ। ਤੇ ਸੁੱਖ ਕਿੱਥੇ ਹੈ? ਪਾਤਸ਼ਾਹ ਨੂੰ ਪੁੱਛਿਆ ਮਹਾਰਾਜ ਸੁੱਖ ਕਿੱਥੇ ਹੈ? ਨਾ ਸੁੱਖ ਵਿੱਚ ਗ੍ਰਸਤ ਦੇ, ਨਾ ਸੁੱਖ ਛੱਡ ਗਿਆ, ਸੁੱਖ ਹੈ ਵਿੱਚ ਵਿਚਾਰ ਦੇ ਸਤਿਗੁਰ ਸ਼ਰਨ ਪਿਆ। ਗੁਰੂ ਦੀ ਸ਼ਰਨ ਵਿੱਚ ਹੀ ਸੁੱਖ ਹੈ। ਮਰਦਾਨਿਆ ਇਹ ਪਾਪਾਂ ਵਾਲਾ ਜਿਹੜਾ ਸੁਭਾਅ ਹੈ ਬੰਦੇ ਦਾ, ਇਹੋ ਹੀ ਦੁੱਖ ਦਿੰਦਾ ਹੈ। ਇਹ ਸੁਖੀ ਤਾਂ ਉਹੀ ਹੈ ਜਿਹਨੂੰ ਗਿਆਨ ਹੋ ਗਿਆ ਜ਼ਿੰਦਗੀ ਦਾ। ਬਿਨ ਸੂਰਜ ਕਬ ਨਹਿ ਦਿਨ ਆਹੀ ਹੀਨ ਗਿਆਨ ਤਿਉ ਸੁਖ ਕੇ ਨਾਹੀ। ਜਿਵੇਂ ਸੂਰਜ ਤੋਂ ਬਗੈਰ ਦਿਨ ਨਹੀਂ ਚੜ੍ਹਦਾ, ਤੇ ਹਨੇਰਾ ਜਿਹੜਾ ਦੁਖਦਾਈ ਹੈ।
ਇਸੇ ਤਰ੍ਹਾਂ ਹੀ ਜਿਹੜਾ ਗਿਆਨ ਤੋਂ ਖਾਲੀ ਹੈ ਉਹ ਹਨੇਰੇ ਦੇ ਵਿੱਚ ਹੀ ਟੱਕਰਾਂ ਮਾਰ ਰਿਹਾ ਹੈ। ਇਸ ਕਰਕੇ ਮਰਦਾਨਿਆਂ ਕੋਈ ਜ਼ਰੂਰੀ ਨਹੀਂ ਵੀ ਇਹ ਸੁਖੀ ਹੋਵੇ। ਜੇ ਤੈਨੂੰ ਸ਼ੰਕਾ ਹੈ ਤਾਂ ਫਿਰ ਸ਼ੰਕਾ ਦੂਰ ਕਰ ਲੈ। ਹੁਣ ਜੇਕਰ ਤੇਰੇ ਉਰਸ ਦੇਹੂ ਸ਼ਾਹੀ ਬੁਲਾਏ ਬੂਝ ਕਿਨ ਲੇਹੂ। ਜਾ ਅੰਦਰ ਜਾ, ਸੇਠ ਕੋਲੇ ਦੁਕਾਨ ਤੇ ਜਾ ਪੁੱਛ ਕੇ ਆਓ ਭਾਈ ਸਾਹਿਬ ਕਿੰਨੇ ਕੁ ਸੁਖੀ ਹੋ। ਸੁਣ ਕਰ ਇਸ ਪ੍ਰਕਾਰ ਮਰਦਾਨੇ ਸ਼ਾਹ ਸੰਗ ਤਬ ਬਚਨ ਬਖਾਨੇ। ਭਾਈ ਮਰਦਾਨਾ ਜੀ ਪਾਸ਼ਾ ਦੇ ਬਚਨ ਉੱਠ ਕੇ ਸੇਠ ਦੀ ਦੁਕਾਨ ਦੇ ਅੰਦਰ ਚਲੇ ਆ ਗਿਆ। ਨਮਸਕਾਰ ਕੀਤੀ, ਸਤਿ ਸ੍ਰੀ ਅਕਾਲ ਕੀਤੀ। ਹੋਰ ਸੇਠ ਜੀ ਠੀਕ ਠਾਕ ਹੋ? ਸੁਖ ਵਿਸ਼ਾਲ ਮੈਂ ਤੁਮਕੋ ਜੋਵਾ ਕੌਣ ਪੁੰਨ ਕਹਿ ਜਾਤੇ ਹੁਆ। ਹੁਣ ਜਿਵੇਂ ਆਪਾਂ ਗੱਲ ਚਲਾਉਣੀ ਆ ਕਿਸੇ ਦੁਕਾਨ ਤੇ ਜਾ ਕੇ ਇਧਰ ਉਧਰੋਂ ਗੱਲ ਕਰਕੇ, ਭਾਈ ਸਾਹਿਬ ਜੀ ਠੀਕ ਠਾਕ ਹੋ? ਹਾਂ ਠੀਕ ਹੈ। ਮਹਾਰਾਜ ਤੁਸੀਂ ਤਾਂ ਬਹੁਤ ਖੁਸ਼ ਹੋ। ਕਿਉਂ ਭਾਈ? ਇੰਨਾ ਗਾਹਕ ਪੈਂਦਾ ਮਹਾਰਾਜ, ਨੋਟ ਹੀ ਨੋਟ ਡਿੱਗੀ ਜਾਂਦੀ ਆ ਗੱਲੇ 'ਚ। ਮੈਂ ਦੇਖ ਰਿਹਾ ਤੜਕੇ ਦੇ ਤੁਹਾਡੇ ਬਾਹਰ 'ਚ ਬੈਠੇ ਆ, ਮੈਂ ਤੇ ਬਾਬਾ ਜੀ ਦੋਨੇ। ਅੱਛਾ, ਤੇ ਤੁਸੀਂ ਤਾਂ ਬਹੁਤ ਖੁਸ਼ ਹੋਵੋਗੇ, ਇੰਨਾ ਗਾਹਕ ਪੈ ਰਿਹਾ ਤੁਹਾਨੂੰ। ਤੁਸੀਂ ਕਿਹੜੇ ਚੰਗੇ ਪੁੰਨ ਕੀਤੇ ਆ? ਜਾਤੇ ਨਿਸ ਦਿਨ ਜਾਣਤ ਨਾਹੀ ਮਗਨ ਰਹੋ ਆਪਣੇ ਸੁਖ ਮਾਹੀ। ਤੈਨੂੰ ਨਾ ਦਿਨ ਚੜੇ ਦਾ ਪਤਾ ਲੱਗਦਾ ਨਾ ਰਾਤ ਪਈ ਦਾ ਪਤਾ ਲੱਗਦਾ। ਭਾਵ ਜਦੋਂ ਗਾਹਕ ਜ਼ਿਆਦਾ ਪੈਂਦਾ ਹੋਵੇ ਤੇ ਰੋਟੀ ਖਾਣੀ ਵੀ ਦੁਕਾਨਦਾਰ ਨੂੰ ਭੁੱਲ ਜਾਂਦੀ ਆ। ਭਾਈ ਮਰਦਾਨਾ ਜੀ ਕਹਿੰਦੇ ਤੁਹਾਨੂੰ ਪਤਾ ਨਹੀਂ ਲੱਗਦਾ ਕੌਣ ਆ ਰਿਹਾ ਕੌਣ ਜਾ ਰਿਹਾ। ਇੰਨਾ ਗਾਹਕ ਪੈ ਰਿਹਾ, ਤੁਸੀਂ ਤਾਂ ਬਹੁਤ ਖੁਸ਼ ਲੱਗਦੇ ਹੋ। ਕੋਈ ਚੰਗੇ ਪੁੰਨ ਕੀਤੇ ਆ। ਲੱਖ ਦਰਵੇਸ਼ ਬੇਸ ਮਨ ਮਾਹੀ ਬੋਲਿਓ ਸ਼ਾਹ ਅਦਕ ਦੁਖ ਜਾਹੀ। ਹਾਂ, ਜਿਵੇਂ ਕਿਸੇ ਦੇ ਗੁਰੂ ਪਿਆਰਿਓ ਦੁੱਖ ਦੇ ਥਾਂ ਤੇ ਉਂਗਲ ਲਾ ਦਈਏ, ਤੜਫ ਕੇ ਬੋਲਦਾ ਹੈ। ਮਰਦਾਨੇ ਨੇ ਵੀ ਲੱਗਦਾ ਕੋਈ ਇਹੋ ਜੀ ਸਾਹ ਰਗਨਾ ਪਤੀ ਆ ਉਸ ਦੀ। ਕਹੋ ਸੱਚੀ ਬਾਤ। ਉਹ ਸੇਠ ਕਹਿਣ ਲੱਗਿਆ ਸਾਧੂ ਜਾਣ ਕੇ ਭਾਈ ਮਰਦਾਨਾ ਜੀ ਨੂੰ, ਉਹ ਕਹਿੰਦੇ ਭਰਾਵਾ ਕਾਹਨੂੰ ਇਹ ਦੁੱਖ ਫਰੋਲਦਾ, ਗੱਲ ਕਰਦਾ, ਰਹਿਣ ਦੇ, ਚੁੱਪ ਕਰ ਜਾ। ਲੱਖ ਦਰਵੇਸ਼ ਬੇਸ ਬਨ ਮਾਹੀ ਬੋਲਿਓ ਸ਼ਾਹ ਅਦਕ ਦੁਖ ਜਾਹੀ। ਜਿਵੇਂ ਬੜਾ ਹੀ ਦੁਖੀ ਹੋਵੇ ਅੰਦਰੋਂ। ਸਰਬ ਜਲ ਕਮੇ ਮੋਹਿ ਸਮਾਨਾ ਔਰ ਨ ਕੋ ਦੁਖੀ ਮਹਾਨਾ। ਕਹਿੰਦਾ ਮੈਥੋਂ ਜ਼ਿਆਦਾ ਦੁਖੀ ਦੁਨੀਆ 'ਚ ਮੈਨੂੰ ਲੱਗਦਾ ਕੋਈ ਨਹੀਂ ਹੋਣਾ। ਧਿਆਨ ਦਿਓ, ਹੁਣ ਇੰਨਾ ਪੈਸਾ ਆ ਰਿਹਾ, ਦੁਕਾਨ ਤੇ ਚੰਗਾ ਸੌਦਾ ਵਿਕ ਰਿਹਾ, ਵਧੀਆ ਵਪਾਰ ਚੱਲ ਰਿਹਾ। ਕਹਿੰਦਾ ਪਰ ਭਾਈ ਸਾਧ ਰਾਮ ਜੀ ਨੰਬਰਦਾਰ ਦੇ ਨਾਮ ਤਾਂ ਜਾਣਦਾ ਨਹੀਂ, ਸਾਧੂ ਜਾਣਿਆ ਵੀ ਸਾਧੂ ਹੈ ਕੋਈ। ਕਹਿੰਦਾ ਦਰਵੇਸ਼ੋ ਸਾਧੋ ਸੱਚ ਜਾਣਿਓ, ਜਿੰਨਾ ਮੈਂ ਦੁਖੀ ਆ ਇੰਨਾ ਦੁਨੀਆ 'ਚ ਕੋਈ ਦੁਖੀ ਨਹੀਂ ਹੋਣਾ। ਗੁਹਜ ਬਾਤ ਸੋ ਕਹਾ ਨ ਜਾਈ ਕੈਸੇ ਤੁਮ ਟਕ ਦਿਓ ਬਤਾਈ। ਮਰਦਾਨਾ ਕਹਿੰਦਾ ਮਹਾਰਾਜ ਤੁਹਾਨੂੰ ਕਿਹੜਾ ਦੁੱਖ ਹੈ ਦੱਸੋ। ਕਹਿੰਦਾ ਦੁੱਖ ਵੀ ਐਸਾ ਜਿਹੜਾ ਮੈਂ ਦੱਸ ਨਹੀਂ ਸਕਦਾ। ਧਿਆਨ ਦਿਓ, ਦੁੱਖ ਵੀ ਕਹਿੰਦਾ ਮੈਨੂੰ ਉਹ ਹੈ ਜਿਹੜਾ ਮੈਂ ਕਿਸੇ ਨਾਲ ਸਾਂਝਾ ਵੀ ਨਹੀਂ ਕਰ ਸਕਦਾ ਕਿ ਮੈਂ ਦੁਖੀ ਆ। ਕੈ ਮਰਦਾਨਾ ਸੰਤ ਮਹਾਨੇ ਇਨ ਆਦਿ ਕੋ ਦੇਵ ਦੁਖਾਨੇ। ਉਹ ਭਾਈ ਜੇ ਕੋਈ ਦੁੱਖ ਹੋਵੇ ਤਾਂ ਦੱਸ ਦੇਈਦਾ ਹੈ, ਉਹਦਾ ਇਲਾਜ ਹੋ ਜਾਂਦਾ ਹੈ। ਉਹ ਸਾਹਮਣੇ ਮਹਾਂਪੁਰਸ਼ ਬੈਠੇ ਆ, ਬਾਬਾ ਨਾਨਕ ਜੀ ਹੱਥ ਕਰਕੇ ਨਾ ਮਰਦਾਨਾ ਉਹ ਸਾਧੂ ਬੈਠੇ ਆ, ਮਹਾਂਪੁਰਸ਼ ਬਾਬਾ ਨਾਨਕ ਜੀ ਬੈਠੇ ਆ। ਜੇ ਤੈਨੂੰ ਕੋਈ ਇਹੋ ਜਿਹਾ ਦੁੱਖ ਹੈ ਜਿਹੜਾ ਬਹੁਤ ਦੁੱਖ ਦੇ ਰਿਹਾ ਹੈ, ਤੂੰ ਜਾ ਕੇ ਉਹਨਾਂ ਨੂੰ ਦੱਸਣਾ ਕਰ, ਹੋ ਸਕਦਾ ਤੇਰੇ ਦੁੱਖ ਦਾ ਹੱਲ ਹੋ ਜੇ। ਨਿਕਟ ਬੈਠ ਗੁਰ ਸ਼ਾਹ ਅਲਾਈ ਸੁਣੋ ਸੰਤ ਤੁਮ ਸਭ ਸੁਖਦਾਈ। ਤੋ ਸੇਠ ਨੇ ਇਹ ਸੋਚ ਕੇ ਕਿ ਸ਼ਾਇਦ ਮੇਰੇ ਦੁੱਖ ਦਾ ਹੱਲ ਕਰਦੇ ਨੇ ਸਾਧੂ, ਦੁਕਾਨ ਚੋਂ ਨਿਕਲ ਕੇ ਬਾਬੇ ਨਾਨਕ ਜੀ ਕੋਲ ਆ ਗਏ ਹੈ। ਨਮਸਕਾਰ ਕੀਤੀ, ਮੱਥਾ ਟੇਕਿਆ। ਪਾਤਸ਼ਾਹ ਕਹਿੰਦੇ ਕਿਵੇਂ ਸੇਠਾ ਠੀਕ ਆ? ਕਹਿੰਦਾ ਜੀ ਤੁਹਾਡੇ ਸੇਵਕ ਨੇ ਬੁਲਾ ਲਿਆ ਮੈਨੂੰ। ਕਹਿੰਦਾ ਬੜੇ ਖੁਸ਼ ਲੱਗਦੇ ਹੋ। ਪਰ ਮਹਾਰਾਜ ਮੈਂ ਖੁਸ਼ ਨਹੀਂ, ਮੈਨੂੰ ਲੱਗਦਾ ਦੁਨੀਆ ਵਿੱਚ ਮੇਰੇ ਵਰਗਾ ਦੁਖੀ ਕੋਈ ਨਹੀਂ ਹੋਣਾ। ਬਾਬਾ ਜੀ ਕਹਿੰਦੇ ਉਹ ਤੈਨੂੰ ਕੀ ਦੁੱਖ ਹੈ? ਅੰਗਨਾ ਜੋ ਮੇਰੀ ਕਰਮਾਹੀ ਅਦਕ ਸਨੇ ਸੰਗ ਤਮ ਮਾਹੀ। ਮਹਾਰਾਜ ਮੈਂ ਆਪਣੀ ਘਰਵਾਲੀ ਤੋਂ ਦੁਖੀ ਹਾਂ। ਤੇ ਜਿਹੜਾ ਪਰਿਵਾਰ ਦੇ ਵਿੱਚ ਦੁੱਖ ਹੋਵੇ ਦੋਹਾਂ ਜੀਆਂ ਵਿੱਚ ਆਪਸ ਵਿੱਚ, ਕਈ ਵਾਰੀ ਉਹ ਕਿਸੇ ਤੀਜੇ ਨੂੰ ਦੱਸਣ ਦੀ ਗੁਰੂ ਪਿਆਰੇ ਹਿੰਮਤ ਵੀ ਨਹੀਂ ਪੈਂਦੀ। ਕੋ ਸਤਨਾਮ। ਕਹਿੰਦਾ ਜੀ ਦੁੱਖ ਸੁਣ ਲਓ ਕਿੱਥੋਂ ਸ਼ੁਰੂਆਤ ਹੋਈ ਆ ਮੇਰੇ ਦੁੱਖ ਦੀ। ਜਿਹੜੀ ਮੇਰੇ ਘਰ ਵਾਲੀ ਆ, ਸਾਡਾ ਬਹੁਤ ਪਿਆਰ ਸੀ ਇੱਕ ਦੂਜੇ ਦੇ ਨਾਲ, ਬੜਾ ਮੋਹ ਸੀ। ਅਸੀਂ ਇੱਕ ਦੂਜੇ ਬਿਨਾ ਜਿਉਂਦੇ ਨਹੀਂ ਸੀ। ਰਾਤ ਦਿਵਸ ਤੈ ਭੋਗ ਬਿਲਾਸਾ ਕਰਤ ਰਹਿਤ ਨ ਛੋਟੋ ਪਾਸਾ। ਔਰ ਅਸੀਂ ਇੱਕ ਦੂਜੇ ਤੋਂ ਦੂਰ ਨਹੀਂ ਜਾਂਦੇ ਸੀਗੇ, ਦਿਨ ਰਾਤ ਇੱਕ ਦੂਜੇ ਨਾਲ ਮਸਤ ਰਹਿੰਦੇ ਸੀ। ਮਹਾਰਾਜ ਇੱਕ ਸਮੇਂ ਹੋਤਾ ਹੈ ਰੋਗਾ ਪੀ ਦੁਰਲਭ ਮ੍ਰਿਤੂ ਪਾਸੋਗਾ। ਤਾਂ ਮਹਾਰਾਜ ਇੱਕ ਸਮੇਂ ਦੀ ਗੱਲ ਹੈ ਕਿ ਮੇਰੇ ਘਰ ਵਾਲੀ ਬਿਮਾਰ ਪੈ ਗਈ।
ਔਰ ਇੰਨੀ ਬਿਮਾਰ ਪੈ ਗਈ ਕਿ ਮਰਨ ਕਿਨਾਰੇ ਪਹੁੰਚ ਗਈ, ਸਰੀਰ ਕਰਕੇ ਦੁਰਬਲ ਹੋ ਗਈ ਹੈ ਔਰ ਕਮਜ਼ੋਰ ਹੋ ਗਈ ਆ। ਬਸ ਹੁਣ ਸਾਹ ਨਿਕਲੇ ਕਿ ਨਿਕਲੇ, ऐसी अवस्था दे वो पहुंच गई है, इन्नी बीमार हो गई है। आदत दान दीनो तय काला, कीनो बहुर बिरलाप विसाला। ते महाराज मैं बड़े इलाज भी कराए, सुखना भी सुखियां, दान पुण्य भी बड़े कीते कि मेरी घर वाली ठीक हो जावे। रोदन करत बैठियो तय पासा, कहत पई तय देन दिलासा। और गुरु प्यारियो दिन रात मैं भी रोन लगिया, ਉਹ ਵੀ ਰੋਣ ਲੱਗੀ, ਕਿਉਂਕਿ ਦੋਨਾਂ ਦਾ ਪਿਆਰ ਬੜਾ ਸੀ, ਇੱਕ ਦੂਜੇ ਨੂੰ ਛੱਡਣ ਨੂੰ ਜੀ ਨਹੀਂ ਕਰਦਾ, ਪਰ ਮੌਤ ਦਿਖਾਈ ਦੇ ਰਹੀ ਸੀ। ਮੈਂ ਉਸ ਦੇ ਕੋਲ ਬੈਠ ਕੇ ਉਹਨੂੰ ਧੀਰਜ ਦਿੰਦਾ ਵੀ ਕੋਈ ਨਾ ਭਗਵਾਨੇ ਠੀਕ ਹੋ ਜਾਏਗੀ, ਤੂੰ ਨਾ ਰੋ। चित मेरी क्यों रोदन ठानो, निज को बड़ तनवंत पछानो। ਔਰ ਮੈਂ ਵੀ ਰੋਂਦਾ ਸੀਗਾ। ਉਹ ਮੈਨੂੰ ਕਹਿੰਦੀ ਤੂੰ ਕਾਹਦੇ ਵਾਸਤੇ ਰੋਣਾ ਹੈ, ਤੂੰ ਤਾਂ ਬੜਾ ਧਣੀ ਹੈ। ਜਿਵੇਂ ਆਮ ਮੈਂ ਬੀਬੀਆਂ ਨੂੰ ਨਹੀਂ ਕਹਿੰਦਾਗਾ ਵਿੱਚੋਂ ਕੁਝ ਹੁੰਦੀਆਂ, ਲੈ ਤੂੰ ਚੰਗਾ ਤਕੜਾ ਪਿਆ, ਪੈਸਾ ਵਾਧੂ ਹੈ, ਤੈਨੂੰ ਇਸਤਰੀਆਂ ਦਾ ਕੀ ਘਾਟਾ, ਤੂੰ ਤਾਂ ਹੋਰ ਵਿਆਹ ਕਰਵਾ ਲੇਗਾ, ਮੇਰਾ ਕੀ ਹੈ, ਮਰ ਜੂ ਤਾਂ ਕੋਈ ਗੱਲ ਨਹੀਂ। ਧਿਆਨ ਦਿਓ, ਇਹ ਹੱਡ ਬੀਤੀਆਂ ਸੰਸਾਰ ਦੇ ਵਿੱਚ ਵਰਤਦੀਆਂ ਲੋਕਾਂ ਦੇ ਨਾਲ। ਬਹੁਤ ਸਾਰੇ ਲੋਕ ਦੁਖੀ ਆ, ਬਹੁਤ ਸਾਰੇ ਆਤਮ ਹੱਤਿਆ ਕਰ ਲੈਂਦੇ ਆ, ਬਹੁਤ ਸਾਰੇ ਮਰ ਜਾਂਦੇ ਆ, ਪਰ ਕਿਸੇ ਕੋਲੇ ਆਪਣਾ ਦੁੱਖ ਨਹੀਂ ਦੱਸਦੇ। ਕਹਿੰਦਾ ਉਹ ਵੀ ਰੋਂਦੀ ਸੀ, ਮੈਂ ਉਹਨੂੰ ਧੀ ਦਿੰਦਾ, ਉਹ ਮੈਨੂੰ ਧੀਰਜ ਦਿੰਦੀ। ਮੈਨੂੰ ਕਹਿੰਦੀ ਤੂੰ ਮੇਰੇ ਪਿੱਛੇ ਕਿਉਂ ਰੋਣਾ ਹੈ, ਤੂੰ ਤਾਂ ਬਹੁਤ ਧਣੀ ਹੈ, ਤੇਰੇ ਕੋਲੇ ਬਹੁਤ ਪੈਸੇ ਹਨ। ਮੈਂ ਮਰ ਹੋ ਕਰ ਵਿਆਹ ਬਹੋਰੀ, ਭੋਗੋ ਆਣ ਅੰਗਨਾ ਔਰੀ। ਤੂੰ ਤਾਂ ਹੋਰ ਵਿਆਹ ਕਰਵਾ ਲੇਗਾ, ਮੈਂ ਮਰ ਜੂਗੀ, ਫਿਰ ਤੈਨੂੰ ਕੀ ਫਰਕ ਪੈਂਦਾ। ਕਹਿੰਦੀ ਹੋਰ ਇਸਤਰੀ ਨਾਲ ਤੇਰਾ ਵਿਆਹ ਹੋ ਜਾਵੇਗਾ, ਤੂੰ ਤਾਂ ਭੋਗ ਵਿਲਾਸ ਕਰਕੇ ਮੈਨੂੰ ਭੁੱਲ ਜਾਵੇਂਗਾ। ਬਿਲਸ ਬਿਲਾਸਨ ਹੈ ਅਹਲਾਦੂ, ਮੁਝੇ ਬਿਸਾਰੀ ਕਰੀ ਨ ਜਾਦੂ। ਕੀ ਹੋ ਗਿਆ ਜੇ ਮੈਂ ਮਰ ਜਾ, ਤੇਰੇ ਤਾਂ ਬਹੁਤ ਵਿਆਹ ਹੋ ਜਾਣਗੇ, ਇਸ ਕਰਕੇ ਤੂੰ ਬਿਕਸ ਬਿਲਾਸ ਭਾਵ ਖੁਸ਼ੀਆਂ ਦੇ ਵਿੱਚ ਮੈਨੂੰ ਭੁੱਲ ਜਾਵੇਂਗਾ, ਮੁੜ ਕੇ ਯਾਦ ਵੀ ਨਹੀਂ ਕਰਨਾ। ਮੈਂ ਭਾਖਿਓ ਸੁਣਿਓ ਪ੍ਰੈ ਮੋਰੀ, ਤੁਝ ਬਿਨ ਮੋਹਿ ਨਾ ਭਾਵੈ ਔਰੀ। ਕਹਿੰਦਾ ਮੈਂ ਉਹਨੂੰ ਧੀਰਜ ਦਿੱਤਾ, ਤਸੱਲੀ ਕਰਾਈ, ਕਹਿੰਦਾ ਭਗਵਾਨੇ ਮੈਨੂੰ ਤੇਰੇ ਬਿਨਾ ਕੋਈ ਹੋਰ ਇਸਤਰੀ ਚੰਗੀ ਨਹੀਂ ਲੱਗਦੀ, ਮੈਂ ਤੈਨੂੰ ਕਿਵੇਂ ਭੁੱਲ ਜਾਵਾਂਗਾ। ਤੂੰ ਜੀਵੇ ਤੇ ਕਰੋ ਬਿਲਾਸਾ, ਨਤ ਮੈਂ ਤਜੋ ਜੀਵਨ ਕੀ ਆਸਾ। ਕਹਿੰਦਾ ਜੇ ਤੂੰ ਜਿਉਂਦੀ ਰਹੇਂਗੀ ਤਾਂ ਮੈਂ ਜਿਉਂਦਾ ਰਹਾਂਗਾ, ਜਿੱਦੇ ਤੂੰ ਮਰ ਗਈ ਮੈਂ ਉਦੇ ਮਰ ਜਾਣਾ। ਪ੍ਰਾਨ ਸਮਾਨ ਮੋਹਿ ਕੋ ਪਿਆਰੀ, ਤੁਝ ਬਿਨ ਕਸ ਬਿਨ ਸੋ ਬਿਬਨਾਰੀ। ਤੂੰ ਤਾਂ ਮੈਨੂੰ ਜਾਨ ਤੋਂ ਵੀ ਪਿਆਰੀ ਹੈ, ਮੈਂ ਤੈਨੂੰ ਕਿਵੇਂ ਭੁੱਲ ਸਕਦਾ। ਆਹੋ ਕੰਤ ਮੈਂ ਜਿਉ ਤਾ ਸਾਚੀ, ਮਰ ਜਾਵੋ ਕਹਿ ਕਹਿ ਸਭ ਕਾਚੀ। ਇਸਤਰੀ ਮੈਨੂੰ ਕਹਿਣ ਲੱਗੀ, ਮੇਰੇ ਘਰ ਵਾਲੀ ਕਹਿੰਦੇ ਪਤੀ ਦੇਵ ਪੱਕੀ ਗੱਲ ਹੈ ਇਹ, ਬਈ ਜੇ ਮੈਂ ਜਿਉਂਦੀ ਰਹਾ ਤਾਂ ਤੂੰ ਜਿਉਂਦਾ ਰਹੇਗਾ, ਜੇ ਮੈਂ ਮਰ ਗਈ ਤਾਂ ਤੂੰ ਮਰ ਜਾਵੇਂਗਾ। ਅਸ ਕਹਿ ਮੋਹਿ ਸੁਨਾਵਤ ਪ੍ਰੀਤੀ, ਹਿਰਦੇ ਬਿਖੇ ਥਾਨਤ ਬਪਰੀਤੀ। ਸਭ ਝੂਠ ਹੈ, ਸਭ ਝੂਠ ਹੈ। ਤ੍ਰਿਆ ਹੱਠ, ਰਾਜ ਹੱਠ ਤੇ ਬਾਲ ਹੱਠ, ਇਹ ਤਿੰਨੇ ਜਿੱਦਾਂ ਬੜੀਆਂ ਮਾੜੀਆਂ। ਇਸਤਰੀ ਦੀ ਜਿੱਦ ਜੇ ਕਰਕੇ ਬਹਿ ਜੇ ਕਿਸੇ ਗੱਲ ਤੋਂ, ਬੱਚਾ ਜਿੱਦ ਕਰਕੇ ਬਹਿ ਜੇ, ਰਾਜਾ ਜਿੱਦ ਕਰਕੇ ਬਹਿ ਜੇ, ਤਾਂ ਫਿਰ ਤਿੰਨੇ ਆਪਣੀ ਜਿੱਦ ਪੁਗਾ ਕੇ ਹਟਦੇ ਆ। ਤਾਂ ਇਹ ਕਹਿਣ ਲੱਗਿਆ, ਮੇਰੀ ਘਰ ਵਾਲੀ ਕਹਿੰਦੀ ਐਵੇਂ ਗੱਲਾਂ ਮਾਰਦਾ ਤੂੰ, ਕਹਿੰਦੀ ਤੂੰ ਮੈਨੂੰ ਕਹਿਣਾ ਹੈ ਕਿ ਮੇਰੀ ਤੇਰੇ ਨਾਲ ਬਹੁਤ ਪ੍ਰੀਤੀ ਹੈ, ਤੂੰ ਬਾਹਰੋਂ ਕਹਿਣਾ, ਦਿਲ ਵਿੱਚ ਤਾਂ ਤੇਰੇ ਕੁਝ ਹੋਰ ਹੀ ਚੱਲਦਾ, ਵੀ ਮਰ ਜੂਗੀ ਤੇ ਮਰਜੀ, ਆਪਾਂ ਹੋਰ ਵਿਆਹ ਕਰਾ ਲਾਂਗੇ। ਤੈ ਕੀ ਤਰਕ ਸੁਣੀ ਮੈਂ ਜਬ ਹੀ, ਸਹਿ ਨਾ ਜਾਏ ਬਹੁਤ ਦੁੱਖ ਪਾਤਬੀ। ਮਹਾਰਾਜ ਮੈਨੂੰ ਮੇਰੀ ਘਰ ਵਾਲੀ ਨੇ ਤੜਕ ਮਾਰਿਆ। ਹੁਣ ਮੈਂ ਸੱਚਾ ਸੀਗਾ, ਮੈਂ ਉਹਦੇ ਨਾਲ ਪਿਆਰ ਵੀ ਕਰਦਾ ਸੀ, ਮੈਂ ਕੋਸ਼ਿਸ਼ ਵੀ ਕਰਦਾ ਸੀ ਕਿ ਠੀਕ ਹੋ ਜੇ, ਸਭ ਇਲਾਜ ਵੀ ਉਹਦੇ ਕਰਵਾਏ, ਪਰ ਨਾ ਠੀਕ ਹੋ ਰਹੀ ਸੀ। ਜਦੋਂ ਉਸਨੇ ਤਰਕ ਦਿੱਤਾ, ਕਹਿੰਦੀ ਝੂਠ ਬੋਲਦਾ ਹੈ, ਤੇਰੇ ਦਿਲ 'ਚ ਹੋਰ ਹੈ, ਮੂੰਹ 'ਚ ਹੋਰ ਹੈ, ਤਾਂ ਮੈਂ ਉਸ ਨੂੰ ਕਿਹਾ, ਲੇਕਰ ਤੀਚਨ ਛੁਰੀ ਚਲਾਈ, ਲਿੰਗ ਕਾਟਨੇ ਜੋ ਦੀਨ ਬਗਾਈ। ਆ ਚੱਕ, ਅੱਜ ਤੋਂ ਬਾਅਦ ਮੈਂ ਦੂਸਰਾ ਵਿਆਹ ਕਰਾਉਣ ਦੇ ਯੋਗ ਵੀ ਨਹੀਂ ਰਹਿ ਗਿਆ। ਕੋ ਸਤਨਾਮ, ਹੁਣ ਤਾਂ ਭਰੋਸਾ ਹੋ ਗਿਆ ਬਈ ਜਿੰਨਾ ਚਿਰ ਤੂੰ ਜਿਉਂਦੀ ਆ ਮੈਂ ਜਾਵਾਂਗਾ, ਨਹੀਂ ਤਾਂ ਮਰ ਜਾਵਾਂਗਾ। ਇਸ ਨੇ ਐਸਾ ਕੌਤਕ ਕਰ ਦਿੱਤਾ ਉਹਦੇ ਸਾਹਮਣੇ, ਕਿਉਂਕਿ ਦੂਜਾ ਵਿਆਹ ਤਾਂ ਸੰਪੂਰਨ ਮਨੁੱਖ ਹੀ ਕਰਾ ਸਕਦਾ ਹੈ।
ਕਹਿੰਦਾ ਚੱਕ ਜਿਹੜਾ ਵਿਆਹ ਵਾਲਾ ਪਾਸਾ ਹੀ ਆਪਾਂ ਵੱਢ ਕੇ ਸਿੱਟ ਦਿੱਤਾ ਹੈ। ਹੁਣ ਦੂਜਾ ਵਿਆਹ ਨਹੀਂ ਮੈਂ ਕਰਵਾਉਂਗਾ, ਹੁਣ ਤਾਂ ਤਸੱਲੀ ਹੋ ਗਈ ਤੇਰੀ। अब तो आए के नाही प्रतीति, मानत नहीं साच मम प्रीति। ਹੁਣ ਤਾਂ ਮੇਰੇ ਪਿਆਰ ਨੂੰ ਮੰਨੇਗੀ ਨਾ। ਕਈ ਵਾਰੀ ਸੱਚ ਨੂੰ ਜਿਤਾਉਣ ਵਾਸਤੇ ਨਾ ਸ਼ਹੀਦ ਹੋਣਾ ਪੈਂਦਾ। ਸ਼ਹੀਦੀ ਦਾ ਮਤਲਬ ਕੀ ਹੈ? ਬਈ ਮੈਂ ਸਹੀ ਸੀ ਤਾਂ ਸ਼ਹੀਦ ਹੋਇਆ। ਜਿਵੇਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਸ਼ਹੀਦ ਹੋਣਾ, ਉਹ ਰੰਗਜੇਬ ਨੂੰ ਇਹ ਜਿਤਾਉਣਾ ਸੀਗਾ ਕਿ ਸੰਸਾਰ ਜਿਹੜਾ ਰੰਗ ਬਰੰਗਾ ਇਸੇ ਤਰ੍ਹਾਂ ਦਾ ਠੀਕ ਹੈ, ਤੂੰ ਸਭ ਨੂੰ ਮੁਸਲਮਾਨ ਬਣਾਉਣ ਦਾ ਖਿਆਲ ਨਾ ਕਰ। ਉਹ ਨਹੀਂ ਹਟਿਆਗਾ, ਉਹ ਜਿੱਦ ਕਰਕੇ ਬਹਿ ਗਿਆ। ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਵੀ ਫਿਰ ਇਹ ਦੱਸਣ ਵਾਸਤੇ ਕਿ ਮੈਂ ਸੱਚ ਤੇ ਚੱਲ ਰਿਹਾ ਆਪਣੀ ਸ਼ਹੀਦੀ ਪ੍ਰਵਾਨ ਕਰ ਲਈ ਹੈ। ਪਰ ਔਰੰਗਜ਼ੇਬ ਦੀ ਗੱਲ ਨਹੀਂ ਸੁਣੀ। ਕਹੋ ਸਤਿਨਾਮ। ਤੋ ਕਿਸੇ ਨੂੰ ਸੱਚ ਜਿਤਾਉਣ ਵਾਸਤੇ ਕਈ ਵਾਰੀ ਬੰਦਾ ਆਪਣੇ ਆਪ ਨੂੰ ਖਤਮ ਕਰ ਲੈਂਦਾ। ਤੋ ਇਸ ਨੇ ਜਿਉਂਦੇ ਜੀ ਆਪਣੇ ਆਪ ਨੂੰ ਖਤਮ ਕਰ ਲਿਆ। ਹੁਣ ਇਹ ਵਿਆਹ ਕਰਾਉਣ ਦੇ ਯੋਗ ਨਾ ਰਿਹਾ। ਘਰ ਵਾਲੀ ਨੂੰ ਕਹਿੰਦਾ ਹੁਣ ਤਾਂ ਪ੍ਰੀਤ ਆ ਤੈਨੂੰ ਪ੍ਰਤੀਤ ਆ ਗਈ ਹੈ, ਭਰੋਸਾ ਆ ਗਿਆ, ਕਿਉਂਕਿ ਮੈਂ ਹੁਣ ਦੂਜਾ ਵਿਆਹ ਕਰਵਾ ਕੇ ਕੀ ਕਰਾਂਗਾ। शीशन कटे ते पीर बिलासा, मैं रहो जीवत तह काला। ਕਹਿਣ ਲੱਗਿਆ ਮੇਰੇ ਦਰਦ ਬਹੁਤ ਹੋਇਆ ਉਸ ਵੇਲੇ, ਪਰ ਮੈਂ ਮਰਿਆ ਨਹੀਂ ਮਹਾਰਾਜ। ਇਲਾਜ ਕਰਾ ਲਿਆ, ਜ਼ਖਮ ਠੀਕ ਹੋ ਗਿਆ ਸਰੀਰ ਦਾ ਮੇਰੇ ਦਾ, ਪਰ ਮੈਂ ਮਰਿਆ ਨਹੀਂ, ਮੈਂ ਜਿਉਂਦਾ ਰਿਹਾ। केतक दिवस बीते ते नारी, पई अरोग क्यों दुख भारी। ਪਰ ਰੱਬ ਦੀ ਕਰਨੀ ਐਸੀ ਹੋਈ, ਉਹ ਇਸਤਰੀ ਠੀਕ ਹੋਣੀ ਸ਼ੁਰੂ ਹੋ ਗਈ। ਕਹੋ ਸਤਿਨਾਮ। ਉਸ ਤੋਂ ਬਾਅਦ ਮੇਰੀ ਘਰ ਵਾਲੀ ਠੀਕ ਹੋਣ ਲੱਗੀ, ਅਰੋਗ ਹੋ ਗਈ, ਦੁੱਖ ਖਤਮ ਹੋ ਗਿਆ। जल बल प्यो आन सर बगा, व्याप्यो तह तन बौर अनंगा। और ਪਹਿਲਾਂ ਦੀ ਤਰ੍ਹਾਂ ਸਰੀਰ ਉਹਦਾ ਤੰਦਰੁਸਤ ਹੋ ਗਿਆ। ਹੌਲੀ ਹੌਲੀ ਕਮਜ਼ੋਰੀ ਵੀ ਖਤਮ ਹੋ ਗਈ, ਸਰੀਰ 'ਚ ਤਾਕਤ ਵੀ ਭਰ ਗਈ ਹੈ। केतक दिवस मोय संग अलाई, बिन मैथन तेरे हो न जाई। ਹੁਣ ਦੇਖੋ ਮੈਂ ਤਾਂ ਉਹਨੂੰ ਧੀਰਜ ਦਵਾ ਦਿੱਤਾ, ਭਰੋਸਾ ਦਵਾਤਾ ਕਿ ਮੈਂ ਵਿਆਹ ਕਰਾਉਣ ਦੇ ਹੁਣ ਯੋਗ ਨਹੀਂ। ਪਰ ਕੁਝ ਦਿਨਾਂ ਬਾਅਦ ਜਦ ਤਕੜੀ ਹੋ ਗਈ ਉਹ ਮੈਨੂੰ ਕਹਿੰਦੀ ਹੁਣ ਮੈਂ ਤੇਰੇ ਬਿਨਾਂ ਰਹਿ ਨਹੀਂ ਸਕਦੀ, ਮੈਂ ਕੀ ਕਰਾਂ। और लज्जत होए कछ ना बतावो, अपन करियो लख उर पछतावो। ਪਰ ਮੈਂ ਆਪਣੀ ਕੀਤੀ ਤੇ ਹੁਣ ਪਛਤਾਉਣ ਲੱਗਿਆ ਵੀ ਮੈਂ ਕਾਹਲੀ ਕਰ ਗਿਆ, ਗਲਤੀ ਕਰ ਗਿਆ, ਇਹ ਚੰਗਾ ਨਹੀਂ ਹੋਇਆ ਮੈਥੋਂ। ਪਛਤਾਉਂਦਾ ਵੀ ਆ, ਸ਼ਰਮਸ਼ਾਰਮੀ ਹੋਇਆ ਤੇ ਮੈਂ ਹੁਣ ਉਹਨੂੰ ਕੀ ਕਹਾਂ। अब पर पुरखन सो विचारत, जय चाहे तै पासा कारत। ਮਹਾਰਾਜ ਮੈਂ ਤਾਂ ਉਹਦੇ ਕੰਮ ਦਾ ਨਹੀਂ ਰਿਹਾ, ਹੁਣ ਉਹ ਬੇਵਿਚਾਰੀ ਹੋ ਗਈ ਹੈ। ਕਹਿੰਦੇ ਮੇਰਾ ਤਾਂ ਵਿਆਹ ਬਿਨਾਂ ਸਰਦਾ ਹੀ ਨਹੀਂਗਾ ਹੁਣ। ਉਹ ਮਹਾਰਾਜ ਅਨੇਕਾਂ ਮਨੁੱਖਾਂ ਨੂੰ ਘਰੇ ਬੁਲਾਉਂਦੀ ਆ, ਮੈਂ ਤਾਂ ਚੁੱਪ ਕਰਕੇ ਦੁਕਾਨ ਤੇ ਆ ਜਾਣਾ। ਕਹੋ ਸਤਿਨਾਮ। ਉਹ ਹੋਰ ਪਰਾਏ ਪੁਰਖਾਂ ਨੂੰ ਘਰੇ ਬੁਲਾਉਂਦੀ ਹੈ, ਪਰ ਹਰ राज सर्व परिवारा, बहुत नरन सो करत बिहारा। ਔਰ ਸ਼ਰਮ ਲਾਤੀ ਹੈ ਮਹਾਰਾਜ, ਉਸਨੇ ਸ਼ਰਮ ਲਾ ਦਿੱਤੀ ਹੈ। ਕੋਈ ਪਰਿਵਾਰ ਦੀ ਉਹਨੂੰ ਸ਼ਰਮ ਨਹੀਂ ਹੈ। ਔਰ ਪਤਾ ਨਹੀਂ ਘਰੇ ਕਿੰਨੇ ਮਨੁੱਖ ਸਾਦੀ ਹੈ। ਦੱਸੋ ਐਡਾ ਵੱਡਾ ਦੁੱਖ ਕਿਸੇ ਨੂੰ ਹੋ ਸਕਦਾ ਹੈ? ਬਾਬਾ ਜੀ ਕਹਿੰਦੇ ਬਹੁਤ ਵੱਡਾ ਦੁੱਖ ਹੈ। ਤਾਂ ਬਹੁਤ ਗਲਤ ਗੱਲ ਹੈ। ਉਸ ਦੀ ਗਲਤੀ ਤੂੰ ਵੀ ਕੀਤੀ ਹੈ, ਪਰ ਇਹ ਉਸ ਦੀ ਉਦੋਂ ਵੀ ਵੱਡੀ ਗਲਤੀ ਹੈ ਜੋ ਕੋ ਇਹ ਹੁਣ ਪਰਾਏ ਮਨੁੱਖਾਂ ਨੂੰ ਘਰੇ ਬੁਲਾਉਂਦੀ ਹੈ। आस को कर्म नैन नित देखो, मोमन होवत दगद बसेको। ਮਹਾਰਾਜ ਮੈਨੂੰ ਸਭ ਪਤਾ ਚੱਲਦਾ, ਮੇਰੇ ਅੱਖਾਂ ਦੇ ਸਾਹਮਣੇ ਵੀ ਉਹ ਗਲਤ ਚੱਲਦੀ ਹੈ, ਪਰ ਮੈਂ ਹੁਣ ਕੁਝ ਕਰ ਨਹੀਂ ਸਕਦਾ। ਆਪਣੀਆਂ ਅੱਖਾਂ ਦੇ ਨਾਲ ਦੇਖਦਾ, ਅੰਦਰੋਂ ਦਗਦ ਸੜ ਜਾਨਾ, ਦੁਖੀ ਹੋ ਜਾਨਾ। चिंता दुर दुख मैं दिन रहना, मोसो दुखी अवर हो कहना। ਦੱਸੋ ਇਹ ਮਾਇਆ ਦਾ ਮੈਂ ਕੀ ਕਰਾਂ। ਮਾਇਆ ਤਾਂ ਬੇਅੰਤ ਆਉਂਦੀ ਆ, ਕੋਈ ਅੰਤ ਨਹੀਂ ਹੈ। ਪਰ ਜਿਹੜਾ ਮੈਨੂੰ ਦੁੱਖ ਲੱਗਿਆ ਇਸ ਦਾ ਹੁਣ ਕਿਤੇ ਇਲਾਜ ਵੀ ਨਹੀਂ ਹੈਗਾ। ਕਹੋ ਸਤਿਨਾਮ। ਜਿਹੜਾ ਮੈਂ ਦੁੱਖ ਪੈਦਾ ਕਰ ਲਿਆ ਆਪਦੀ ਮਨਮਤ ਕਰਕੇ, ਉਹਦੇ ਮੋਹ ਮਮਤਾ ਵਿੱਚ ਆ ਕੇ, ਹੁਣ ਇਸ ਦੁੱਖ ਦਾ ਕੋਈ ਇਲਾਜ ਨਹੀਂ। ਦੱਸੋ ਮਹਾਰਾਜ ਤੁਸੀਂ, ਮੈਂ ਦੁਖੀ ਹੈਗਾ ਕਿ ਨਹੀਂ। हृदय विचारत है बना उपाई, सब लोकन ते रहो लजाई। ਮਹਾਰਾਜ ਮੈਂ ਤਾਂ ਆਪ ਫਿਰ ਸ਼ਰਮ ਲਾ ਕੇ ਤੁਰਿਆ ਫਿਰਦਾ। ਲੋਕ ਤਰ੍ਹਾਂ ਦੀਆਂ ਗੱਲਾਂ ਵੀ ਕਰਦੇ ਆ। ਜਦੋਂ ਏਦਾਂ ਦੀਆਂ ਇਸਤਰੀਆਂ ਕਿਸੇ ਦੀਆਂ ਵਿਗੜ ਜਾਣ, ਫਿਰ ਉਸ ਪਰਿਵਾਰ ਦੀ ਗੁਰੂ ਪਿਆਰੋ ਇੱਜ਼ਤ ਖਤਮ ਹੋ ਜਾਂਦੀ ਆ ਸੰਸਾਰ ਦੇ ਵਿੱਚ। ਕਹੋ ਸਤਿਨਾਮ। ਤਾਂ ਗੁਰੂ ਪਿਆਰਿਓ ਕਹਿਣ ਲੱਗੇ ਆ ਮਹਾਰਾਜ, ਲੋਕਾਂ ਦੀਆਂ ਗੱਲਾਂ ਸੁਣ ਕੇ ਮੈਂ ਬੜਾ ਚਿੰਤਾਤੁਰ ਹੋ ਜਾਣਾ। ਮੇਰੇ ਨਾਲੋਂ ਦੁਖੀ ਕੋਈ ਨਹੀਂ ਹੈਗਾ।
ਇਸ ਕਰਕੇ ਹੁਣ ਹਿਰਦੇ ਵਿੱਚ ਕੋਈ ਉਪਾਅ ਇਲਾਜ ਵੀ ਨਹੀਂ ਹੈਗਾ ਕਿ ਮੈਂ ਦੁਬਾਰਾ ਪੂਰਨ ਪੁਰਖ ਹੋ ਜਾਵਾਂ। ਮੈਂ ਅਧੂਰਾ ਹੋ ਚੁੱਕਿਆ ਔਰ ਮੈਂ ਬੜੀ ਸ਼ਰਮ ਦੇ ਨਾਲ ਜਿਉ ਰਿਹਾ। हृदय विचारत है बना उपाई सब लोकन ते रहो लजाई। ਮੈਂ ਲੋਕਾਂ ਤੋਂ ਗੱਲਾਂ ਸੁਣ ਕੇ ਬੜੀ ਸ਼ਰਮ ਮੰਨਦਾ ਹਾਂ। सुन के श्री प्रभु बैन अलाए पूर्व जन्म कर्म कर आए। ਪਾਤਸ਼ਾਹ ਕਹਿੰਦੇ ਇਹ ਵੀ ਤੇਰੇ ਪਿਛਲੇ ਕਰਮਾਂ ਦਾ ਹੀ ਫਲ ਹੈ ਮਿੱਤਰਾ। दोहरा तिनको दुख सुख भो गई जो बीजे सो खाए। ਇਹ ਬੰਦਾ ਕੀਤੇ ਹੋਏ ਕਰਮਾਂ ਦੇ ਫਲ ਹੀ ਭੋਗਦਾ ਹੈ। ਇਸ ਕਰਕੇ ਦੁੱਖ ਸੁੱਖ ਜੋ ਵੀ ਬੰਦੇ ਨੂੰ ਆਉਂਦੇ ਨੇ, ਕਾਤਕ ਕਰਮ ਕਮਾਵਨੇ ਦੋਸ਼ ਨ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਕਹਿੰਦੇ ਰੱਬ ਨੂੰ ਵਿਸਾਰ ਕੇ ਬੰਦਾ ਜਦੋਂ ਏਦਾਂ ਨੇ ਪੁੱਠੇ ਸਿੱਧੇ ਕਰਮ ਕਰਦਾ ਨਾ, ਫਿਰ ਉਹਨਾਂ ਦਾ ਫਲ ਭੋਗਣਾ ਪੈਂਦਾ ਹੈ। पुण्य करे सुख होत है कलमल ते दुख पाए। ਬੰਦੇ ਨੂੰ ਚੰਗੇ ਕਰਮ ਕਰਨੇ ਚਾਹੀਦੇ ਹੈ, ਪੁੰਨ ਦਾਨ ਵੀ ਕਰਨਾ ਚਾਹੀਦਾ, ਚੰਗੇ ਕਰਮ ਵੀ ਕਰਨੇ ਚਾਹੀਦੇ ਆ ਜਿਨ੍ਹਾਂ ਨਾਲ ਸੁੱਖ ਮਿਲਦਾ ਹੈ। चौपई ब्रह्मदक ते मश्क जियाही भोगे कर्म कीन जस जाही। ਬ੍ਰਹਮਾ ਤੋਂ ਲੈ ਕੇ ਮਸ਼ਕ ਕਹਿੰਦੀ ਆ ਮੱਛਰ ਨੂੰ, ਕਿਉਂਕਿ ਸਾਰੀ ਸ੍ਰਿਸ਼ਟੀ ਹੈ ਨਾ, ਇਹ ਜੀਵ ਜੰਤੂ 84 ਲੱਖ ਜੂਨ ਨੂੰ ਆਪਾਂ ਜਿਹਨੂੰ ਕਹਿੰਦੇ ਆ, ਜਿਵੇਂ ਆਪਾਂ ਕਹਿ ਦਈਏ ਹਾਥੀ ਦੀ ਪੈੜ ਸਾਰਾ ਕੁਝ ਆ ਜਾਂਦਾ ਹੈ। ਬਾਬਾ ਜੀ ਨੇ 83 ਲੱਖ ਜੂਨ ਦੀ ਗੱਲ ਹੀ ਕਰਤੀ ਆ। ਕਹਿੰਦੇ ਬ੍ਰਹਮਾ ਤੋਂ ਲੈ ਕੇ ਮੱਛਰ ਤੱਕ ਜਿੰਨੇ ਵੀ ਜੀਵ ਜੰਤੂ ਹਨ, ਇਹ ਸਭ ਆਪਣੇ ਕੀਤੇ ਹੋਏ ਕਰਮਾਂ ਦਾ ਫਲ ਭੋਗਦੇ ਐ। जिनकिन जस कस कर्मं कीनो भोगे बिना छूटत न चीनो। ਬਿਨ ਭੋਗੈ ਭਾਗੈ ਨਹੀਂ, ਕਰਮਨ ਗਤੀ ਵਿਸਾਲ। ਕਰਮਾਂ ਦੀ ਗੜੀ ਬਹੁਤ ਵੱਡੀ ਹੈ। ਇਹ ਕਰਮ ਬਿਨਾ ਭੋਗੇ ਤੋਂ ਖਤਮ ਨਹੀਂ ਹੁੰਦੇ। ਚਾਹੇ ਉਹ ਸੂਲੀ ਦਾ ਕੰਡਾ ਬਣ ਜਾਵੇ, ਪਰ ਉਹ ਤਾਂ ਗੁਰੂ ਕਿਰਪਾ ਨਾਲ ਹੀ ਬਣਦਾ ਹੈ। ਸੂਲੀ ਦਾ ਸੂਲ ਤਾਂ ਨਹੀਂ ਤਾਂ ਫਿਰ ਸੂਲੀ ਹੀ ਮਿਲਦੀ ਆ। ਕੋ ਸਤਨਾਮ ਸੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ, ਜਿਨ੍ਹਾਂ ਦੇ ਕੋਲ ਇੱਕ ਸਿੱਖ ਆਉਂਦਾ ਹੈ, ਸਤਸੰਗ ਕਰਦਾ ਹੈ, ਔਰ ਇੱਕ ਸਿੱਖ ਉਹਦਾ ਸਾਥੀ ਆ, ਉਹ ਵਿਸ਼ੇ ਵਿਕਾਰਾਂ ਵੱਲ ਚਲਿਆ ਜਾਂਦਾ ਹੈ। ਦੋਨੇ ਇੱਕ ਮੋੜ ਤੇ ਇਕੱਠੇ ਹੁੰਦੇ ਆ ਵਾਪਸ ਘਰ ਨੂੰ ਮੁੜਦੇ ਹੋਏ। ਜਿਹੜਾ ਪਹਿਲਾਂ ਆਉਂਦਾ ਉੱਥੇ ਖੜ ਜਾਂਦਾ ਹੈ। ਇੱਕ ਦਿਨ ਉਹ ਵਿਸ਼ੇ ਵਿਕਾਰੀ ਪਹਿਲਾਂ ਮੁੜਿਆ, ਉਹ ਦਰਖਤ ਹੇਠਾਂ ਬਹਿ ਗਿਆ, ਖੁਰਚਣ ਲੱਗਿਆ, ਧਰਤੀ ਥੱਲਿਓਂ ਇੱਕ ਮੋਹਰ ਨਿਕਲੀ। ਉਹਨੇ ਹੋਰ ਪੱਟਿਆ, ਥੱਲਿਓਂ ਕੁੱਜਾ ਕੋਲਿਆਂ ਦਾ ਨਿਕਲਿਆ, ਮੋਹਰ ਵਰਗੇ ਕੋਲੇ, ਰੁਪਈਏ ਵਰਗੇ ਕੋਲੇ ਨਿਕਲੇ। ਇਧਰੋਂ ਸਿੱਖ ਆਉਂਦਾ ਲੰਗੜਾਉਂਦਾ ਹੋਇਆ, ਪੈਰ 'ਚ ਉਹਦੇ ਕੋਈ ਸੂਲ ਵਗੈਰਾ ਵੱਜੀ ਆ, ਲੰਗ ਮਾਰਦਾ ਆਉਂਦਾ ਹੈ। ਇਹ ਬੜਾ ਖੁਸ਼ ਹੈ, ਕਹਿੰਦਾ ਓਏ ਤੂੰ ਰੋਜ਼ ਸਤਸੰਗ ਜਾਣਾ ਹੈ, ਮੈਂ ਵਿਸ਼ੇ ਵਿਕਾਰ ਭੋਗਦਾ, ਮੈਨੂੰ ਦੇਖ ਸੋਨੇ ਦੀ ਮੋਹਰ ਮਿਲੀ ਹੈ, ਤੇਰੇ ਸੂਲ ਵੱਜੀ ਹੈ, ਕੀ ਫਾਇਦਾ ਸਤਸੰਗ ਕਰਨ ਦਾ। ਉਹ ਕਹਿੰਦਾ ਵੀ ਮੈਂ ਨਹੀਂ ਕੁਝ ਕਹਿ ਸਕਦਾ ਵਿਸ਼ੇ ਤੇ, ਇਹ ਗੁਰੂ ਅਰਜਨ ਦੇਵ ਜੀ ਨੂੰ ਪੁੱਛਾਂਗੇ। ਤਾਂ ਕਹਿੰਦੇ ਹੁਣੇ ਹੀ ਚੱਲਦੇ ਆ। ਵਾਪਸ ਗੁਰੂ ਪਾਤਸ਼ਾਹ ਕੋਲੇ ਪਹੁੰਚ ਗਏ, ਗੱਲ ਚਲਾਈ। ਮਹਾਰਾਜ ਇਹ ਹੈ ਤਾਂ ਮੇਰਾ ਮਿੱਤਰ, ਪਰ ਇਹ ਜਾਂਦਾ ਰੋਜ਼ ਪੁੱਠੇ ਪਾਸੇ, ਘਰੋਂ ਇਕੱਠੇ ਤੁਰਦੇ ਆ, ਇੱਕ ਮੋੜ ਤੋਂ ਇਹ ਵਿਸ਼ੇ ਵਿਕਾਰਾਂ ਦੇ ਅੱਡੇ ਵੱਲ ਚਲਿਆ ਜਾਂਦਾ ਹੈ, ਵਿਸਵਾਵਾਂ ਵੱਲ। ਮੈਂ ਤੁਹਾਡੇ ਵੱਲ ਆ ਜਾਣਾ। ਅੱਜ ਜਦੋਂ ਅਸੀਂ ਦੁਬਾਰਾ ਵਾਪਸੀ ਤੇ ਇਕੱਠੇ ਹੋਏ, ਇਸ ਨੂੰ ਸੋਨੇ ਦੀ ਮੋਹਰ ਲੱਭੀ ਆ ਧਰਤੀ 'ਚੋਂ, ਤੇ ਮੇਰੇ ਸੂਲ ਵੱਜੀ ਦਾ ਕਾਰਨ ਕੀ ਹੈ? ਪਾਤਸ਼ਾਹ ਕਹਿੰਦੇ ਹੋਰ ਵੀ ਕੁਝ ਮਿਲਿਆ ਹੋਣਾ। ਕਹਿੰਦੇ ਹਾਂਜੀ, ਥਾਂ ਪੱਟਿਆ, ਥੱਲਿਓਂ ਕੁੱਜਾ ਨਿਕਲ ਆਇਆ, ਰੁਪਈਏ ਵਰਗੇ ਕੋਲੇ ਆ, ਉਹ 'ਚ ਮੋਹਰਾਂ ਵਰਗੇ ਕੋਲੇ ਆ। ਅੱਛਾ। ਪਾਤਸ਼ਾਹ ਕਹਿੰਦੇ ਸਿੱਖਾ ਗੱਲ ਇਹ ਆ ਬਈ ਤੂੰ ਕਰਦਾ ਸੀ ਸਤਸੰਗ, ਇਹ ਜਾਂਦਾ ਸੀ ਪੁੱਠੇ ਪਾਸੇ। ਜੇ ਤੂੰ ਸਾਡੇ ਕੋਲ ਨਾ ਆਉਂਦਾ, ਇਹਦੇ ਨਾਲ ਹੀ ਜਾਂਦਾ ਹੁੰਦਾ, ਇਹਨੂੰ ਮਿਲਣੀ ਸੀ ਫਾਂਸੀ ਤੇ ਨਾਲ ਤੈਨੂੰ ਵੀ ਸੂਲੀ ਮਿਲਣੀ ਸੀ। ਪਰ ਇਹ ਜੇ ਤੇਰੇ ਨਾਲ ਨਾ ਆਉਂਦਾ, ਕੱਲਾ ਜਾਂਦਾ, ਇਹਨੂੰ ਸੂਲੀ ਮਿਲਣੀ ਸੀ। ਪਰ ਤੇਰੇ ਨਾਲ ਆਉਣ ਕਰਕੇ ਇਹਦੇ ਜਿਹੜੇ ਪੁੰਨ ਸੀ ਥੋੜੇ ਥੋੜੇ ਬਣਦੇ ਰਹੇ। ਤੇ ਪਰ ਜਿਹੜੇ ਪਾਪ ਕਰਦਾ ਸੀਗਾ, ਆ ਕੁੱਜਾ ਇਹਨੂੰ ਭਰਿਆ ਮੋਹਰਾਂ ਦਾ ਮਿਲਣਾ ਸੀ, ਕੋਲੇ ਨਹੀਂ ਸੀ ਮਿਲਨੇ। ਉਹਨਾਂ ਪਾਪਾਂ ਕਰਕੇ ਜੀ ਸਾਰੇ ਜਿਹੜੇ ਚੰਗੇ ਕਰਮ ਸੀ ਉਹ ਖਤਮ ਹੋ ਗਏ, ਮਾੜੇ ਕਰਮਾਂ ਕਰਕੇ ਸੋਨੇ ਤੋਂ ਮਿੱਟੀ ਬਣ ਗਈ ਆ। ਕਹਿੰਦੇ ਨਾ ਬੰਦਾ ਜਦ ਜਿਹੜੇ ਕੰਮ ਨੂੰ ਹੱਥ ਪਾਉਣੇ ਆ, ਸੋਨਾ ਮਿੱਟੀ ਬਣ ਜਾਂਦਾ। ਇਹ ਕਰਮਾਂ ਦਾ ਫਲ। ਕਹਿੰਦੇ ਜੇ ਤੁਸੀਂ ਇਕੱਠੇ ਇਸੇ ਨਾਲ ਜਾਂਦੇ ਤਾਂ ਫਿਰ ਤੁਹਾਨੂੰ ਦੋਨਾਂ ਨੂੰ ਸੂਲੀ ਮਿਲਣੀ ਸੀ। ਪਰ ਤੂੰ ਸਾਡੇ ਕੋਲ ਆਉਂਦਾ ਸੀ, ਅਸੀਂ ਆਪਣੀ ਲਾਜ ਰੱਖਣ ਵਾਸਤੇ ਤੇਰੀ ਸੂਲੀ ਨੂੰ ਸੂਲ 'ਚ ਬਦਲ ਦਿੱਤਾ ਹੈ। ਤੇਰੇ ਕਰਕੇ ਇਹ ਵੀ ਬਚ ਗਿਆ, ਨਹੀਂ ਤਾਂ ਇਹਨੂੰ ਵੀ ਸੂਲ ਮਿਲਣੀ ਸੀ, ਸੂਲੀ ਮਿਲਣੀ ਸੀ। ਤੋਂ ਕਹਿਣ ਤੋਂ ਭਾਵ ਹੈ
ਕਰਮਾਂ ਦੀ ਗਤੀ ਬੜੀ ਪ੍ਰਬਲ ਹੈ, ਇਹ ਜ਼ਰੂਰ ਭੋਗਣੇ ਪੈਂਦੇ ਐ। ਜੇ ਕੋਈ ਗੁਰ ਸਤਸੰਗ ਚ ਆਉਂਦਾ ਹੈ ਤਾਂ ਉਸ ਦੇ ਵੱਡੇ ਦੁੱਖ ਨੂੰ ਗੁਰੂ ਛੋਟਾ ਕਰਕੇ ਕੱਟਦਾ ਹੈ, ਪਰ ਸਿੱਧੀ ਲਖੀਰ ਨਹੀਂ ਮਾਰਦਾ ਵੀ ਕੱਟਿਆ ਗਿਆ, ਨਹੀਂ, ਥੋੜਾ ਬਹੁਤ ਜ਼ਰੂਰ ਆਉਂਦਾ ਹੈ। ਜੇ ਜਗ ਮੇ ਗਿਆਨੀ ਹੋਏ ਮਾਨਵ ਦੇ ਅਨਿਤ ਸਦੀਵ ਸੋ ਜਾਨਵ। ਜਿਹੜੇ ਸੰਸਾਰ ਦੇ ਵਿੱਚ ਗਿਆਨੀ ਮਤਲਬ ਬ੍ਰਹਮ ਗਿਆਨ ਜਿਨ੍ਹਾਂ ਨੂੰ ਪ੍ਰਾਪਤ ਹੋ ਗਿਆ, ਉਹ ਸੰਸਾਰ ਨੂੰ ਦੇਹੀ ਨੂੰ ਅਨਿਤ ਮੰਨਦੇ ਆ। ਦੇਹ ਅਨਿਤ ਨ ਨਿਤ ਰਹਿ ਜਸ ਨਾਵ ਚੜ੍ਹੈ ਭਵ ਸਾਗਰ ਤਾਰੈ। ਜਿਨ੍ਹਾਂ ਨੂੰ ਗਿਆਨ ਹੋ ਗਿਆ ਉਹ ਸਰੀਰ ਨੂੰ ਖਤਮ ਹੋਣ ਵਾਲਾ ਹੀ ਮੰਨਦੇ ਆ ਹਮੇਸ਼ਾ। ਦੁੱਖ ਸੁਖ ਪੀ ਨਸਵਰ ਉਰ ਜਾਣੈ ਮਮਤਾ ਇਨ ਵੇ ਕਬੀ ਨ ਆਨੈ। ਜੇ ਦੁੱਖ ਆ ਗਿਆ ਦੁਖੀ ਨਹੀਂ ਹੁੰਦੇ, ਸੁੱਖ ਦੇ ਵਿੱਚ ਆਪਣੀ ਮੋਹ ਮਮਤਾ ਨੂੰ ਫਸਾਉਂਦੇ ਨਹੀਂ, ਹੰਕਾਰ ਨਹੀਂ ਕਰਦੇ। ਉਹ ਹਮੇਸ਼ਾ ਦੁੱਖ ਸੁੱਖ ਨੂੰ ਵੀ ਖਤਮ ਹੋਣ ਵਾਲਾ ਜਾਣਦੇ ਹਨ। ਸਦਾ ਆਨੰਦ ਏਕ ਰਸ ਰਹੀ ਹਰ ਕੋ ਸੋਭ ਦੋ ਨੈ ਲਹੀ। ਔਰ ਹਮੇਸ਼ਾ ਇੱਕ ਰਸ ਇੱਕ ਆਨੰਦ ਵਿੱਚ ਰਹਿੰਦੇ ਹਨ। ਉਹ ਫੁਕਰਾਪਣ ਵੀ ਨਹੀਂ ਕਰਦੇ, ਸੁੱਖ ਹੋਣ ਤੇ ਭੜਕਦੇ ਨਹੀਂ ਔਰ ਦੁੱਖ ਹੋਣ ਤੇ ਦੁਖੀ ਨਹੀਂ ਹੁੰਦੇ। ਹਮੇਸ਼ਾ ਖੁਸ਼ੀ ਗਮੀ ਵਿੱਚ ਇੱਕ ਰਸ ਰਹਿੰਦੇ ਹਨ। ਪੁਨ ਮਾਨਵ ਜੇ ਹੈ ਜਗਿਆਸੀ ਭਗਤ ਕਰਤ ਨਿਤ ਪ੍ਰਭ ਅਬਨਾਸੀ। ਜਿਹੜੇ ਜਗਿਆਸੂ ਹਨ ਰੱਬ ਦੇ ਪਿਆਰੇ, ਉਹ ਪ੍ਰੇਮਾ ਭਗਤੀ ਵਿੱਚ ਲੱਗੇ ਰਹਿੰਦੇ ਹਨ, ਪ੍ਰਭੂ ਨਾਲ ਜੁੜੇ ਰਹਿੰਦੇ ਐ। ਦੋਹਰਾ ਸੋ ਜਾਣ ਤਿਸ ਬਿਦ ਹਿਰਦੈ ਦੁੱਖ ਸੁਖ ਦੇ ਕਰਤਾਰ। ਤਾਂ ਉਹ ਗਿਆਨੀ ਜਾਣਦੇ ਆ ਵੀ ਦੁੱਖ ਤੇ ਸੁੱਖ ਦੇਣ ਵਾਲਾ ਪਰਮੇਸ਼ਰ ਹੈ। ਸਾਡੇ ਕਰਮਾਂ ਦਾ ਫਲ ਹੈ ਉਹ ਦੇਣਾ ਉਸਨੇ। ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸੈ ਕਾਮ ਤੇਨਾ। ਜਿਹੋ ਜਿਹੇ ਕਰਮ ਕਰਦੇ ਹੋਏ ਜਿਹਾ ਫਲ ਮਿਲਦਾ। ਹੁਣ ਜੇ ਤੂੰ ਕਹਿਣਾ ਕਿ ਮੇਰੀ ਇਸਤਰੀ ਮੈਨੂੰ ਦੁੱਖ ਦਿੰਦੀ ਆ ਔਰ ਉਹ ਗਲਤ ਚੱਲਦੀ ਆ, ਵਿਸ਼ੇ ਵਕਾਰ ਭੋਗਦੀ ਆ, ਮੈਂ ਦੁਖੀ ਹੁੰਨਾ, ਇਹ ਦੁੱਖ ਉਹ ਨਹੀਂ ਦਿੰਦੀ, ਇਹ ਤੇਰੇ ਹੀ ਕਰਮਾਂ ਦਾ ਫਲ ਹੈ, ਬਹਾਨਾ ਬਣਿਆ। ਤੂੰ ਆਪਣੇ ਕਰਮਾਂ ਦੇ ਫਲ ਨੂੰ ਭੋਗਦਾ ਹੈ। ਗਿਆਨੀ ਲੋਕ ਦੁੱਖ ਤੇ ਸੁੱਖ ਪਰਿਵਾਰ ਰੱਬ ਵੱਲੋਂ ਦਿੱਤਾ ਜਾਣਦੇ ਆ। ਜਿਵੇਂ ਕੁੱਤੇ ਦੀ ਬਿਰਤੀ ਤੇ ਗੁਰੂ ਪਿਆਰਿਓ ਸ਼ੇਰ ਦੀ ਬਿਰਤੀ। ਕੁੱਤੇ ਤੇ ਡਲਾ ਮਾਰੋ, ਕੁੱਤਾ ਡਲੇ ਵੱਲ ਭੱਜ ਜਾਂਦਾ ਹੈ। ਸ਼ੇਰ ਵੱਲ ਜਾਓ ਡਾਂਗ ਸੋਟੀ ਡਲਾ ਲੈ ਕੇ, ਤੇ ਸ਼ੇਰ ਡਾਂਗ ਸੋਟੀ ਡਲੇ ਨੂੰ ਨਹੀਂ ਫੜਦਾ, ਉਹ ਬੰਦੇ ਨੂੰ ਫੜਦਾ ਜਿਹੜਾ ਮਾਰਨ ਆਇਆ। ਗੁਰਮੁਖਾਂ ਦੀ ਬਿਰਤੀ ਸ਼ੇਰ ਵਰਗੀ ਹੁੰਦੀ ਹੈ। ਉਹ ਸੋਚਦੇ ਆ ਮੈਨੂੰ ਦੁੱਖ ਤੇ ਸੁੱਖ ਦੇਣ ਵਾਲਾ ਰੱਬ ਹੈ। ਮਨਮੁਖਾਂ ਦੀ ਬਿਰਤੀ ਕੁੱਤੇ ਵਾਲੀ ਹੁੰਦੀ ਹੈ। ਉਹ ਕਹਿੰਦਾ ਮੈਨੂੰ ਫਲਾਣੇ ਨੇ ਦੁੱਖ ਦਿੱਤਾ ਹੈ, ਫਲਾਣੇ ਨੇ ਸੁੱਖ ਦਿੱਤਾ ਹੈ। ਅਮਰੋ ਪਰਮੇਸ਼ਰ ਮਿੱਤਰ ਕਰਤ ਭਲੀ ਸਭ ਕਾਰ। ਨਾਲੇ ਪਰਮੇਸ਼ਰ ਨੂੰ ਲਾਭਾ ਨਹੀਂ ਦੇਣਾ ਬਣਦਾ। ਪਰਮੇਸ਼ਰ ਕੋਈ ਆਪਦੇ ਕੋਲੋਂ ਦੁੱਖ ਨਹੀਂ ਦਿੰਦਾ, ਉਹ ਸਾਡੇ ਕੀਤੇ ਹੋਏ ਕਰਮਾਂ ਦਾ ਫਲ ਹੀ ਦਿੰਦਾ ਹੈ। ਜਿਵੇਂ ਅਜੈ ਸਰੋਵੈ ਭੀਖਿਆ ਖਾਏ ਐਸੀ ਦਰਗਾਹ ਮਿਲਿਆ ਸਜਾਏ। ਹੁਣ ਅਜੈ ਰਾਜੇ ਨੇ ਇੱਕ ਸਾਧੂ ਮੰਗਣ ਆਇਆ। ਸਾਧੂ ਭਿਕਸ਼ਾ ਛਕਣ ਵਾਸਤੇ ਪ੍ਰਸ਼ਾਦਾ ਮੰਗਣ ਆਇਆ। ਉਹ ਕਿਸੇ ਕੋਲੋਂ ਡਿਸਟਰਬ ਸੀ, ਉਹਨੇ ਚੱਕ ਕੇ ਘੋੜੇ ਦੀ ਲਿੱਦ ਉਹਦੀ ਝੋਲੀ ਚ ਪਾ ਦਿੱਤੀ ਆ, ਭਾਂਡੇ ਚ ਪਾਤੀ ਆ। ਸਾਧੂ ਕਹਿੰਦਾ ਤਥਾ ਅਸਤੂ, ਖੈਰ ਵਿਚਾਰ ਆਪਾਂ ਅੱਗੇ ਚੱਲ ਕੇ ਕਰਾਂਗੇ। ਉਹ ਰਾਜੇ ਨੂੰ ਉਹ ਲਿੱਦ ਦੀ ਸਵਾਹ ਫਿਰ ਖਾਣੀ ਪਈ। ਮੇਰੇ ਪ੍ਰੀਤਮ ਜੀ ਕਹਿੰਦੇ ਜਦੋਂ ਅਸੀਂ ਪਰਮੇਸ਼ਰ ਨੂੰ ਮਿੱਤਰ ਮੰਨਾਂਗੇ ਤਾਂ ਮਿੱਤਰ ਹਮੇਸ਼ਾ ਸਾਡਾ ਭਲਾ ਕਰਦਾ ਹੈ। ਚੌਪਈ ਸੰਕਟ ਪਰੇ ਆਣ ਜਬ ਤਾਹੀ ਭਲ ਹਵ ਲਖੇ ਸੋ ਅਸਮਨ ਮਾਹੀ। ਜਦੋਂ ਸਿੱਖ ਤੇ ਦੁੱਖ ਆਉਂਦਾ ਤਾਂ ਵੀ ਪਰਮੇਸ਼ਰ ਨੂੰ ਧੰਨਵਾਦ ਕਰਦਾ ਹੈ ਕਿ ਮੇਰੇ ਕਿਸੇ ਵੱਡੇ ਦੁੱਖ ਨੂੰ ਕੱਟ ਰਹੇ ਹਨ। ਮੇਰਾ ਮਿੱਤਰ ਹੈ ਸਤਿਗੁਰੂ ਜਾਂ ਪਰਮੇਸ਼ਰ, ਇਹ ਮੇਰਾ ਬੁਰਾ ਤਾਂ ਨਹੀਂ ਸੋਚਦਾ। ਸਤਿਗੁਰ ਸਭਨਾਂ ਦਾ ਭਲਾ ਬਣਾਏਂਦਾ, ਜਿਸ ਦਾ ਬੁਰਾ ਕਿਉਂ ਹੋਏ। ਗੁਰੂ ਤੇ ਪਰਮੇਸ਼ਰ ਮੇਰੇ ਮਿੱਤਰ ਹਨ। ਜੇ ਮੈਨੂੰ ਇਹ ਦੁੱਖ ਆਇਆ ਜ਼ਰੂਰ ਕਿਸੇ ਵੱਡੇ ਦੁੱਖ ਨੂੰ ਕੱਟ ਕੇ ਛੋਟਾ ਕਰ ਰਹੇ ਐ। ਬਾਪ ਕੀ ਸੇ ਜਾਏ ਬਲਾਈ ਓ ਮਨ ਜਾਨ ਪ੍ਰਸੰਨ ਰਹਾਈ। ਔਰ ਉਹ ਹਮੇਸ਼ਾ ਖੁਸ਼ ਰਹਿੰਦੇ ਹਨ। ਸ਼ੁਕਰ ਹੈ ਕੋਈ ਮਾੜੇ ਕਰਮ ਕੀਤੇ ਸੀ ਜਿਹੜਾ ਇਹ ਦੁੱਖ ਆਇਆ ਇੱਥੇ ਹੀ ਕੱਟੇ ਜਾਣਗੇ। ਇਉਂ ਫਿਰ ਰੱਬ ਦੇ ਪਿਆਰੇ ਖੁਸ਼ ਰਹਿੰਦੇ ਐ। ਜੋ ਰੋਗੀ ਟਿਕ ਭਿੱਖ ਕੇ ਆਵੇ ਕਟ ਔਗਤ ਲੈ ਤਾਹੇ ਖਵਾਵੇ। ਜਿਵੇਂ ਕਿਸੇ ਬਿਮਾਰ ਦੇ ਕੋਲੇ ਡਾਕਟਰ ਆਉਂਦਾ, ਵੈਦ ਆਉਂਦਾ, ਉਦੋਂ ਵੈਦ ਹੁੰਦੇ ਸੀ ਨਾ ਬਾਬੇ ਨਾਨਕ ਸਮੇਂ, ਉਦੋਂ ਵੈਦ ਦੀ ਗੱਲ ਕੀਤੀ ਆ। ਹੁਣ ਵੈਦ ਕੀ ਕਹਿੰਦਾ ਵੀ ਤੈਨੂੰ ਹੋਇਆ ਬੁਖਾਰ, ਔਰ ਇਸ ਕਰਕੇ ਬੁਖਾਰ ਜਿਹੜਾ ਹੈ ਨਾ ਇਹਦੇ ਵਾਸਤੇ ਤੈਨੂੰ ਕਲੈਣ ਦੀ ਕੌੜੀ ਗੋਲੀ ਖਾਣੀ ਪੈਣੀ ਆ। ਕਹੋ ਸਤਿਨਾਮ। ਹੁਣ ਕਲੈਣ ਦੀ ਗੋਲੀ ਤੰਦਰੁਸਤ ਤਾਂ ਕੋਈ ਨਹੀਂ ਖਾਂਦਾ ਤੇ ਬਿਮਾਰ ਨੂੰ ਖਾਣੀ ਪੈਣੀ ਆ। ਜਿਵੇਂ ਕਹਿੰਦੇ ਵੈਦ ਕਿਸੇ ਮਰੀਜ਼ ਕੋਲ ਜਾਂਦਾ ਹੈ ਔਰ ਉਸ ਨੂੰ ਕੌੜੀ ਦਵਾਈ ਖਵਾਉਂਦਾ ਹੈ
ਤੇ ਮਰੀਜ਼ ਵੀ ਨਾ ਚਾਹੁੰਦਾ ਹੋਇਆ ਵੀ ਉਹਨੂੰ ਖੁਸ਼ ਹੋ ਕੇ ਖਾ ਲੈਂਦਾ ਹੈ ਕਿ ਮੇਰੀ ਬਿਮਾਰੀ ਕੱਟੀ ਜਾਵੇਗੀ। ਟੀਕਾ ਲਾਉਂਦਾ ਡਾਕਟਰ, ਬੱਚਾ ਰੌਲਾ ਪਾਉਂਦਾ, ਚੀਜ਼ੀ ਕਰਦਾ, ਪਰ ਅਸੀਂ ਉਹਦਾ ਹੱਥ ਪੈਰ ਫੜ ਕੇ ਟੀਕਾ ਲਵਾਉਣੇ ਆ। ਬਈ ਤੂੰ ਠੀਕ ਹੋ ਜਾਏਗਾ, ਟੀਕਾ ਲਵਾ। ਗੁਰੂ ਵੀ ਟੀਕੇ ਲਾਉਂਦਾ ਸਿੱਖ ਦੇ ਕੋ ਸਤਨਾਮ। ਭਾਈ ਮੰਝ ਦੇ ਕਿੰਨੇ ਟੀਕੇ ਲਾਏ ਆ ਬਈ, ਕਿੰਨੇ ਸਿੱਖਾਂ ਦੇ ਉੱਤੇ ਤਕਲੀਫਾਂ ਆਈਆਂ, ਪਰ ਉਹਨਾਂ ਨੇ ਗੁਰੂ ਦਾ ਪੱਲਾ ਥੋੜਾ ਹੀ ਛੱਡਿਆ। ਬੰਦਾ ਸਿੰਘ ਬਹਾਦਰ ਕਿੰਨੀ ਸ਼ਕਤੀ ਪਾਵਰ ਦਿੱਤੀ ਹੈ 10ਵੇਂ ਪਾਤਸ਼ਾਹ ਜੀ ਨੇ, ਪਰ ਜਿਸੇ ਵੇਲੇ ਉਹ ਫੜੇ ਗਏ ਗੁਰੂ ਪਿਆਰਿਓ, ਮੁਗਲਾਂ ਨੇ ਉਹਨਾਂ ਦੇ ਉੱਤੇ ਬਹੁਤ ਸਾਰਾ ਤਸ਼ੱਦਦ ਕੀਤਾ ਹੈ। ਔਰ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਬੰਦਾ ਸਿੰਘ ਬਹਾਦਰ ਇੱਕ ਵਾਰੀ ਕਹਿ ਦੇਵੇ ਕਿ ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਨਹੀਂ, ਮੈਂ ਮੁਸਲਮਾਨ ਬਣਨ ਨੂੰ ਤਿਆਰ ਹਾਂ, ਛੱਡ ਦਿਆਂਗੇ। ਪਰ ਨਹੀਂ, ਬੰਦਾ ਸਿੰਘ ਬਹਾਦਰ ਦੇ ਸਾਹਮਣੇ ਉਹਦੇ ਛੋਟੇ ਜਿਹੇ ਪੁੱਤਰ ਦਾ ਕਤਲ ਕਰਕੇ ਉਹਦਾ ਦਿਲ ਕੱਢ ਕੇ ਉਹਦੇ ਮੂੰਹ ਵਿੱਚ ਪਾਇਆ ਗਿਆ। ਪਰ ਫਿਰ ਵੀ ਉਹ ਕਹਿੰਦਾ ਨਹੀਂ, ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਹਾਂ, ਤੁਸੀਂ ਜੋ ਮਰਜ਼ੀ ਕਰ ਲਓ। ਖੈਰ ਅੱਗੇ ਚੱਲ ਗਏ ਆਪਾਂ। ਜਿਵੇਂ ਕੋਈ ਰੋਗੀ ਨੂੰ ਵੈਦ ਜਿਹੜਾ ਹੈ ਕੌੜੀ ਦਵਾਈ ਦਿੰਦਾ ਹੈ, ਉਹ ਖਾ ਲੈਂਦਾ ਹੈ ਪ੍ਰਸੰਨ ਸੋ ਭਖਣ ਕਰੇ, ਜਾਣੇ ਰੋਗ ਸਕਲ ਮਮ ਹਰੀ। ਜਿਹੜੇ ਗਿਆਨੀ ਆ, ਜਾਣਕਾਰ ਹੈ, ਰੱਬ ਦੇ ਪਿਆਰੇ ਆ, ਉਹ ਦੁੱਖਾਂ ਨੂੰ ਵੀ ਜਿਉ ਆਇਆ ਕਹਿੰਦੇ ਆ, ਕੋਈ ਗੱਲ ਨਹੀਂ ਭਾਈ, ਹੈ ਤਾਂ ਤੂੰ ਮੇਰੇ ਕਰਮਾਂ ਦਾ ਕੋਈ ਫਲ ਹੀ। ਹੁਣ ਆਪਣੇ ਘਰੇ ਬੱਚਾ ਪੈਦਾ ਹੁੰਦਾ, ਕਈ ਬੱਚੇ ਤੰਦਰੁਸਤ ਪੈਦਾ ਹੁੰਦੇ ਆ, ਕਈ ਬੱਚੇ ਜਮਾਂਦਰੂ ਹੀ ਗੁਰੂ ਪਿਆਰੋ ਅਧੂਰੇ ਹੁੰਦੇ ਆ, ਹੱਥ ਪੈਰ ਮਾਰੇ ਹੁੰਦੇ ਆ। ਪਰ ਅਸੀਂ ਫਿਰ ਉਹ ਬੱਚੇ ਨੂੰ ਮਾਰ ਤਾਂ ਨਹੀਂ ਸਕਦੇ ਨਾ, ਉਹਨੂੰ ਪਾਲਦੇ ਆ, ਚੱਕਦੇ ਆ, ਨਹੀਂ ਤੁਰ ਸਕਦਾ ਉਹਨੂੰ ਚੱਕ ਕੇ ਲਿਜਾਂਦੇ ਆ, ਠੀਕ ਕਰਾਉਣ ਦੀ ਕੋਸ਼ਿਸ਼ ਕਰਦੇ ਆ, ਨਹੀਂ ਠੀਕ ਹੁੰਦਾ, ਅਸੀਂ ਦੁੱਖ ਤਾਂ ਝੱਲਦੇ ਆ, ਪਰ ਅਸੀਂ ਉਹਨੂੰ ਮਾਰ ਕੇ ਸਿੱਟ ਤਾਂ ਨਹੀਂ ਸਕਦੇ ਵੀ ਸਾਡੇ ਕੰਮ ਦਾ ਨਹੀਂ, ਕਿਉਂਕਿ ਉਹ ਵੀ ਸਾਡੇ ਕਿਸੇ ਕਰਮ ਦਾ ਫਲ ਹੈ। ਜਿਹੜਾ ਸਾਡੇ ਬੱਚੇ, ਸਾਡੇ ਘਰ ਵਿੱਚ ਕੋਈ ਇਹੋ ਜਿਹਾ ਬੱਚਾ ਪੈਦਾ ਹੋ ਗਿਆ, ਉਹ ਸਾਡੇ ਕਿਸੇ ਕੀਤੇ ਹੋਏ ਕਰਮ ਦਾ ਫਲ ਹੈ ਤੇ ਭੋਗਣਾ ਪੈਣਾ। ਮੇਰੇ ਪ੍ਰੀਤਮ ਜੀ ਕਹਿੰਦੇ ਜੋ ਫਿਰ ਰੋਗੀ ਜਿਹੜਾ ਖੁਸ਼ ਹੋ ਕੇ ਵੀ ਉਹ ਕੌੜੀ ਦਵਾਈ ਖਾਂਦਾ, ਟੀਕਾ ਲਵਾਉਂਦਾ ਕਿ ਮੈਂ ਠੀਕ ਹੋ ਜਾਊਗਾ। ਜੋ ਭੋਗੇ ਨਿਜ ਕਰਮਣ ਸੋ ਪ੍ਰਭ ਕੀ ਭਗਤ ਰਤੇ ਹੈ ਜੋ। ਜਿਹੜੇ ਰੱਬ ਦੀ ਭਗਤੀ ਵਿੱਚ ਰੰਗੇ ਹੋਏ ਨਾ, ਉਹ ਦੁੱਖਾਂ ਨੂੰ ਵੀ ਖੁਸ਼ ਹੋ ਕੇ ਭੋਗ ਲੈਂਦੇ ਨੇ। ਦੁੱਖ ਹੋਵੇ ਤੋ ਪਾਪ ਮਿਟਾਏ, ਸੁਖ ਭੋਗੇ ਤੋ ਪੁੰਨ ਬਿਲਾਏ। ਔਰ ਜਦੋਂ ਦੁੱਖ ਆਉਂਦਾ ਤਾਂ ਸੋਚਦੇ ਆ ਕਿ ਸਾਡੇ ਪਾਪ ਮਾੜੇ ਕਰਮ ਖਤਮ ਹੋ ਰਹੇ ਹਨ। ਸੁਖ ਆਉਂਦਾ ਤਾਂ ਕਹਿੰਦੇ ਆ ਇਹ ਵੀ ਸਾਡੇ ਕਿਸੇ ਚੰਗੇ ਕਰਮਾਂ ਦਾ ਫਲ ਮਿਲਿਆ ਹੈ ਜੀ ਦੋਹਰਾ। ਪੂਰਬਲੇ ਸਭ ਜਨਮ ਮੈਂ ਕਰਮ ਕੀ ਹੈ ਜੋਏ। ਇਸ ਕਰਕੇ ਸਾਰੋ ਸੇਠ ਜੀ, ਕੋਈ ਨਾ ਕੋਈ ਪੂਰਬਲੇ ਕਰਮਾਂ ਦਾ ਹੀ ਇਹ ਫਲ ਹੈ। ਰਿਸ਼ਤੇ ਭੋਗੇ ਚਾਹੀਏ ਕੈ ਬਿਦ ਮਿਟ ਨਾ ਹੋਏ। ਔਰ ਇਹ ਫਲ ਤਾਂ ਭੋਗਣੇ ਹੀ ਪੈਣੇ ਆ। ਬੰਦੇ ਦੇ 3 ਮਿੱਤਰ ਹਨ, ਇੱਕ ਰਿਸ਼ਤੇਦਾਰ ਸਾਕ ਸੰਬੰਧੀ, ਇੱਕ ਮਾਇਆ ਮਿੱਤਰ ਮੰਨੀ ਆ ਬੰਦੇ ਨੇ। ਮਾਇਆ ਬੰਦਾ ਗੁਰੂ ਪਿਆਰੋ ਕੋਈ ਇਸਤਰੀ ਗੋਝੀ ਕਰੇ ਤੇ ਆਪਣੇ ਜਵਾਕਾਂ ਨੂੰ ਵੀ ਨਹੀਂ ਦੱਸਦੀ ਕਿ ਇੰਨੇ ਪੈਸੇ ਮੇਰੇ ਕੋਲੇ। ਕਈ ਵਾਰੀ ਬੰਦਾ ਵੀ ਗੋਝੀ ਕਰਦਾ, ਉਹ ਵੀ ਨਹੀਂ ਦੱਸਦਾਗਾ। ਦੂਜਾ ਮਿੱਤਰ ਹੈ ਰਿਸ਼ਤੇਦਾਰ ਸਾਕ ਸੰਬੰਧੀ, ਤੇ ਤੀਸਰਾ ਮਿੱਤਰ ਹੈ ਸਾਡਾ ਕਰਮ। ਮਾਇਆ ਸਾਡੀ ਉਹਨਾਂ ਚਿਰ ਮਿੱਤਰ ਹੈ ਜਿੰਨਾ ਚਿਰ ਅਸੀਂ ਜਿਉਂਦੇ ਆ। ਮਰਨ ਤੋਂ ਬਾਅਦ ਉਹ ਕਿਸੇ ਹੋਰ ਦੀ ਹੋ ਜਾਂਦੀ ਆ, ਸਾਡੇ ਨਾਲ ਨਹੀਂ ਜਾਂਦੀ। ਔਰ ਰਿਸ਼ਤੇਦਾਰ ਸਾਕ ਸੰਬੰਧੀ ਸਾਡੇ ਉਹਨਾਂ ਚਿਰ ਮਿੱਤਰ ਹੈ ਜਿੰਨਾ ਚਿਰ ਅਸੀਂ ਜਿਉਂਦੇ ਹਾਂ, ਜਿੰਨਾ ਚਿਰ ਸਾਡਾ ਸੰਸਕਾਰ ਨਹੀਂ ਹੋ ਗਿਆ। ਮਰਨ ਤੋਂ ਬਾਅਦ ਜਿੰਨਾ ਚਿਰ ਬਾਡੀ ਦਾ ਸੰਸਕਾਰ ਨਹੀਂ ਕਰ ਦਿੱਤਾ, ਉਹਨਾਂ ਚਿਰ ਹੀ ਖੜਦੇ ਆ, ਨਾਲੇ ਕਾਹਲੀ ਵੀ ਕਰਦੇ ਆ, ਚੱਲ ਚੱਕੋ ਯਾਰ ਮਿੱਟੀ ਨੂੰ, ਹਨੇਰਾ ਹੁੰਦਾ ਜਾਂਦਾ। ਅਸਲ 'ਚ ਆਪ ਨੇ ਭੱਜਣਾ ਹੁੰਦਾ ਘਰ ਨੂੰ। ਕੋ ਸਤਿਨਾਮ। ਚਲੋ ਸੰਭਾਲੀਏ। ਸੰਸਕਾਰ ਹੁੰਦਿਆਂ ਹੀ ਢੱਕੇ ਤੋੜ ਕੇ ਸਿੱਟ ਜਾਂਦੇ ਆ ਲੋਕ ਚਿਖਾ 'ਚ, ਨਾ ਤੂੰ ਸਾਡਾ ਨਾ ਅਸੀਂ ਤੇਰੇ। ਤਾਂ ਇਸ ਤਰ੍ਹਾਂ ਭਾਈ ਪੂਰਬਲੇ ਕਰਮਾਂ ਦੇ ਫਲ ਹੁੰਦੇ ਐ। ਤੇ ਤੀਸਰਾ ਮਿੱਤਰ ਹੈ ਕਰਮ। ਤੇ ਕਰਮ ਜਿਹੜਾ ਮਿੱਤਰ ਹੈ ਉਹ ਚੰਗਾ ਜਾਂ ਮਾੜਾ ਕੀਤਾ ਹੋਇਆ, ਉਹ ਤੁਹਾਨੂੰ ਦੁੱਖ ਜਾਂ ਸੁੱਖ ਇਹਦਾ ਫਲ ਦੇ ਕੇ ਹੀ ਪਿੱਛੇ ਮੁੜਦਾ ਹੈ। ਇਹ ਧਰਮਰਾਜ ਤੱਕ ਵੀ ਨਾਲ ਜਾਂਦੇ ਆ ਔਰ ਫਲ ਦੇ ਕੇ ਹੀ ਵਾਪਸ ਮੁੜਦੇ ਹਨ। ਨਿਸ਼ਚੇ ਭੋਗੇ ਚਾਹੀਏ ਕੈ ਬਿਦ ਮਿਟ ਨਾ ਹੋਏ। ਹੁਣ ਉਹ ਸੇਠ ਨੂੰ ਧੀਰਜ ਦਿੱਤਾ ਕਿ ਮਿੱਤਰਾ, ਇਹ ਤੇਰੇ ਕਿਸੇ ਕਰਮ ਦਾ ਫਲ ਹੈ, ਇਹ ਹੁਣ ਤੈਨੂੰ ਖੁਸ਼ ਹੋ ਕੇ ਭੋਗਣਾ ਹੀ ਪੈਣਾ। ਚੌਪਈ ਸਤ ਸੰਗੀ ਅਸ ਕਰੇ ਵਿਚਾਰਾ, ਦੁੱਖ ਸੁਖ ਮੈਂ ਰਹੇ ਕਸਾਰਾ। ਇਹੋ ਜਿਸ ਨੂੰ ਗਿਆਨ ਹੋ ਗਿਆ, ਸਤਸੰਗੀ ਹੈ, ਜਿਹੜਾ ਨਾਮ ਜਪਣ ਵਾਲਾ, ਗੁਰੂ ਦੀ ਗੱਲ ਸਮਝਣ ਵਾਲਾ ਹੈ,
ਉਹ ਦੁੱਖ ਤੇ ਸੁੱਖ ਵਿੱਚ ਇੱਕ ਸਾਰ ਰਹਿੰਦਾ ਹੈ ਜੀ। पुन जग में जे नर अज्ञानी दुख में बहु ममता मुन मानी। ਔਰ ਕੀ ਕਹਿੰਦੇ ਹਨ? लखे मत हमरा करतारा जो किछ करे सो नीकी कारा। ਜਿਹੜੇ ਸਤਸੰਗੀ ਆ ਉਹ ਕਹਿੰਦੇ ਆ ਕਿ ਸਾਡਾ ਮਿੱਤਰ ਪਰਮੇਸ਼ਰ ਹੈ, ਉਹ ਸਾਡਾ ਬੁਰਾ ਤਾਂ ਨਹੀਂ ਕਰ ਸਕਦਾ। ਕੋ ਸਤਨਾਮ, ਉਹ ਜੋ ਕਰਦਾ ਹੈ ਸਾਡੇ ਭਲੇ ਵਾਸਤੇ ਹੀ ਕਰਦਾ ਹੈ। ਸਤਿਗੁਰ ਸਭਨਾ ਦਾ ਭਲਾ ਮਨਾਏਂਦਾ, ਤਿਸ ਦਾ ਬੁਰਾ ਕਿਉਂ ਹੋਏ। ਇਸ ਕਰਕੇ ਸਤਸੰਗੀ ਹਮੇਸ਼ਾ ਕਰਤਾਰ ਨੂੰ, ਗੁਰੂ ਨੂੰ ਆਪਣਾ ਮਿੱਤਰ ਜਾਣ ਕੇ ਕਦੀ ਉਹਤੇ ਸ਼ੰਕਾ ਨਹੀਂ ਕਰਦਾ। पुन जग में जे नर अज्ञानी दुख में बहु ममता मन मानी। ਬਾਕੀ ਅਗਿਆਨੀ ਲੋਕ ਜਿਹੜੇ ਹਨ ਦੁਨੀਆ ਵਿੱਚ, ਉਹ ਬੜੇ ਦੁਖੀ ਹੁੰਦੇ ਹਨ ਕਿਉਂਕਿ ਉਹਨਾਂ ਨੇ ਸਰੀਰ ਦੇ ਨਾਲ ਕਨੈਕਟ ਕੀਤਾ ਹੋਇਆ ਹੈ। ਜਿਵੇਂ ਇਹ ਸੇਠ ਇਸਤਰੀ ਦੇ ਸਰੀਰ ਨਾਲ ਜੁੜਿਆ ਸੀਗਾ, ਇਸਤਰੀ ਸੇਠ ਦੇ ਸਰੀਰ ਨਾਲ ਜੁੜੀ ਸੀ, ਦੋਨਾਂ ਦਾ ਆਪਸ ਵਿੱਚ ਮੋਹ ਮਮਤਾ ਸੀਗਾ। ਗੱਲਾਂ ਦੇ ਵਿੱਚ ਉਹਨਾਂ ਦੇ ਕੋਲੋਂ ਬਹੁਤ ਵੱਡੀ ਗਲਤੀ ਹੋ ਗਈ ਆ, ਪਰ ਅੱਜ ਜੀ ਉਹ ਗਲਤੀ ਵੀ ਉਹਨੇ ਕੀਤੀ ਆ ਤੇ ਇਹ ਵੀ ਉਸਨੇ ਇਦੋਂ ਪਹਿਲਾਂ ਕਿਸੇ ਨੂੰ ਦੁੱਖ ਦਿੱਤਾ ਹੋਣਾ। ਕ੍ਰਿਸ਼ਨ ਜੀ ਇੱਕ ਸੂਰਮੇ ਸਾਧ ਨੂੰ ਮਿਲਦੇ ਆ, ਉਹ ਸਾਧ ਕਹਿੰਦਾ ਹੈ ਮੇਰੀ ਕੀ ਗਲਤੀ ਆ, ਮੈਂ ਬਚਪਨ ਤੋਂ ਭਗਤੀ ਕਰ ਰਿਹਾ, ਮੈਂ ਅੰਨਾ ਕਿਉਂ ਆ। ਕ੍ਰਿਸ਼ਨ ਜੀ ਕਹਿੰਦੇ ਤੇਰੇ ਕਰਮ ਦਾ ਫਲ ਹੋਵੇਗਾ। ਕਹਿੰਦੇ ਮੈਂ ਤਾਂ ਜਨਮ 'ਚ ਕੋਈ ਐਸਾ ਕਰਮ ਕੀਤਾ ਨਹੀਂ। ਕਹਿੰਦੇ ਤੂੰ ਕਿਸੇ ਨੂੰ ਅੰਨਾ ਕੀਤਾ ਹੋਣਾ ਤਾਈਆਂ ਤੂੰ ਅੰਨਾ ਹੋਇਆ, ਐਵੇਂ ਨਹੀਂ ਹੋਇਆ। 100 ਜਨ ਪਿੱਛੇ ਦੇਖ, ਤੇਰੇ ਕੋਲੇ ਦਿਵ ਦ੍ਰਿਸ਼ਟੀ ਤਾਂ ਹੈਗੀ ਆ। ਉਹਨੇ ਵੇਖਿਆ, ਕਹਿੰਦਾ ਜੀ ਕਿਤੇ ਨਹੀਂ। ਕਹਿੰਦੇ ਹੋਰ 2-4 ਜਣ ਪਿੱਛੇ ਜਾ, ਕੀ ਵੇਖਦਾ ਹੈ ਕਿ ਇਹ ਬਚਪਨ ਵਿੱਚ ਬੱਚਾ ਹੈ ਔਰ ਅੱਖਾਂ ਦੇ ਉੱਤੇ ਟਿੱਡੇ ਹੁੰਦੇ ਆ, ਖੇਡਦੇ ਇੱਕ ਟਿੱਡਾ ਫੜਦੇ ਆ, ਇੱਕ ਸੂਲ ਤੋੜ ਰਹੀ ਹੈ, ਉਹਦੀਆਂ ਅੱਖਾਂ ਦੇ ਵਿੱਚ ਖਬੋਈ ਜਾਂਦਾ। ਕਹਿੰਦਾ ਮੈਂ ਆਹ ਦੇਖ ਰਿਹਾ। ਬਸ ਕਹਿੰਦੇ ਇਹੀ ਫਲ ਹੈ, ਕਰਮਾਂ ਦੀ ਗਤੀ ਬੜੀ ਵਿਸਾਲ ਹੈ, ਇਹ ਭੋਗੇ ਤੋਂ ਬਗੈਰ ਖਤਮ ਨਹੀਂ ਹੁੰਦੀ। ਇਸੇ ਕਰਕੇ ਤੂੰ ਸਾਧੂ ਵੀ ਹੈ ਤੇ ਅੰਨਾ ਵੀ ਇਸੇ ਕਰਕੇ ਤੂੰ ਕਿਸੇ ਨੂੰ ਅੰਨਾ ਕੀਤਾ ਪਹਿਲਾਂ। ਕੋ ਸਤਨਾਮ। ਇਸ ਕਰਕੇ ਮਿੱਤਰਾ ਹੁਣ ਦੁਖੀ ਹੋਣ ਦਾ ਕੋਈ ਫਾਇਦਾ ਨਹੀਂ ਸੇਠਾ, ਹੁਣ ਇਹ ਤਾਂ ਭੋਗਣਾ ਹੀ ਪੈਣਾ ਹੈ। भेद पाए भोगत है सभी भोगे बिना ना छूटे कभी। ਉਹ ਜਿਹੜਾ ਮਨਮੁਖ ਹੈ ਉਹ ਜਿੱਥੇ ਦੁੱਖ ਭੋਗਦਾ ਉਹ ਤਾਂ ਭੋਗਦਾ ਹੀ ਭੋਗਦਾ ਹੈ, ਉਸ ਤੋਂ ਡਬਲ ਦੁੱਖ ਭੋਗਦਾ ਹੈ ਜਦੋਂ ਇਹ ਸੋਚਦਾ ਕਿ ਮੈਂ ਬਹੁਤ ਦੁਖੀ ਹਾਂ। एक तो तन दुख भोगे सोए दूसरा अदक हृदय दुख होए। ਇੱਕ ਤਾਂ ਸਰੀਰ ਕਰਕੇ ਦੁੱਖ ਭੋਗਦਾ ਹੈ, ਦੂਜਾ ਹਿਰਦੇ ਕਰਕੇ ਦੁੱਖ ਭੋਗਦਾ ਹੈ। इस प्रकार के कृपा निदाना श्री मुख श्लोक बखाना। ਧੰਨ ਗੁਰੂ ਨਾਨਕ ਦੇਵ ਜੀ ਨੇ 7 ਘਰੇ ਨਗਰ ਵਿੱਚ ਉਹ ਸੇਠ ਨੂੰ ਸੰਬੋਧਨ ਕਰਦਿਆਂ ਹੋਇਆਂ ਫਿਰ ਆਹ ਸ਼ਬਦ ਉਚਾਰਿਆ ਹੈ, ਸ਼ਲੋਕ ਮਹੱਲਾ ਪਹਿਲਾ। सहंसर गान दे इंदर आया परशुराम रोवे कर आया। ਤਾਂ ਇਹ ਪੂਰਾ ਸ਼ਬਦ ਆ ਪੜ੍ਹੀਏ। ਸ਼ਬਦ ਬਹੁਤ ਵਿਚਾਰਨ ਵਾਲਾ ਹੈ। ਇਹਦੇ ਵਿੱਚ ਲਗਭਗ 2 4 6 8 10 12 13 ਸਾਖੀਆਂ ਹਨ ਜਿਹੜੀਆਂ ਆਪਾਂ ਹੌਲੀ ਹੌਲੀ ਸਾਰੀਆਂ ਸਰਵਣ ਕਰਾਂਗੇ। ਪੂਰਾ ਸ਼ਬਦ ਪੜ੍ਹੀਏ ਫਿਰ ਸਮਾਪਤੀ ਵੱਲ ਹੋਵਾਂਗੇ। ਪਾਤਸ਼ਾਹ ਕਹਿੰਦੇ ਸ਼ਲੋਕ ਮਹੱਲਾ ਪਹਿਲਾ। ਸਹੰਸਰ ਦਾਨ ਦਾ ਇੰਦਰ ਰਵਾਇਆ। ਇੰਦਰ ਨੇ ਵੀ ਗਲਤੀ ਕੀਤੀ ਔਰ ਗੌਤਮ ਤਪੇ ਨੇ ਉਸ ਨੂੰ ਦਾਨ ਦੇਤਾ। ਕਹਿੰਦੇ ਜਾ ਓਏ, ਜਿਹੜੀ ਭਗਦੇ ਲਈ ਤੂੰ ਸਾਡੇ ਘਰੇ ਆਇਆ, ਤੇਰੇ ਸਰੀਰ ਤੇ ਇਹੋ ਜੀਆਂ ਹਜ਼ਾਰਾਂ ਹੋਣਗੀਆਂ, ਕਿਉਂਕਿ ਸਾਧੂ ਤਾਂ ਦਾਨ ਹੀ ਦਿੰਦੇ ਆ ਨਾ। ਇਹ ਤੁਹਾਡੀ ਮਰਜ਼ੀ ਆ, ਜਿਹੋ ਜੀ ਭਾਵਨਾ ਲੈ ਕੇ ਗੁਰਦੁਆਰੇ ਆਓਗੇ ਉਹ ਇਹੋ ਜਿਹਾ ਫਲ ਘਰੇ ਲੈ ਜਾਓਗੇ। ਕਹੋ ਸਤਨਾਮ। ਜਿਹੜੀ ਭਾਵਨਾ ਇੰਦਰ ਲੈ ਕੇ ਆਇਆ ਉਹ ਭਾਵਨਾ ਲੈ ਗਿਆ। ਹੁਣ ਰੋਂਦਾ ਹੀ ਅੰਦਰ ਬੈਠਾ ਬਈ ਮੈਂ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ। ਸਰੀਰ ਤੇ ਹਜ਼ਾਰਾਂ ਹੀ ਜ਼ਖਮ ਤੇੜਾ ਹੋ ਗਈਆਂ ਜਿਨ੍ਹਾਂ ਚੋਂ ਪਾਣੀ ਚੋਂਦਾ ਹੈ। ਪਰਸ਼ੁਰਾਮ ਰੋਵੇ ਘਰ ਆਇਆ, ਇਹਨੇ ਵੀ ਗਲਤੀ ਕੀਤੀ। ਅਜੇ ਸਰੋਵੇ ਭੀਖਿਆ ਖਾਏ, ਐਸੀ ਦਰਗਾਹ ਮਿਲੇ ਸਜਾਏ। ਸੇਠਾ ਏਦਾਂ ਲੋਕ ਹੋਇਆ, ਤੂੰ ਕਿਹਦਾ ਵਿਚਾਰ ਹੈ? ਰੋਵੇ ਰਾਮ ਨਿਕਾਲਾ ਭਇਆ, ਰਾਮਚੰਦਰ ਦੀ ਵੀ ਕੋਈ ਗਲਤੀ ਹੋਣੀ ਆ। ਉਸ ਨੂੰ ਦਸ਼ੌਂਟਾ ਮਿਲਿਆ, ਸੀਤਾ ਲਖਮਣ ਵਿਛੜ ਗਿਆ। ਇਹ ਵੀ ਉਹਦੇ ਕਿਸੇ ਦੁੱਖ ਆਪਣਾ ਕਰਮ ਦਾ ਫਲ ਸੀਗਾ। ਰੋਵੇ ਦੇਸ਼ ਲੰਕ ਗਵਾਏ, ਰਾਵਣ ਦੀ ਲੰਕਾ ਖਤਮ ਹੋ ਗਈ ਤੇ ਮਰ ਗਿਆ। ਉਹਦੇ ਵੀ ਕਿਸੇ ਕਰਮ ਦਾ ਇਹ ਫਲ ਹੈ। ਕੀ ਕਰਮ ਸੀ? ਰਾਮਚੰਦਰ ਦੀ ਸੀਤਾ ਨੂੰ ਚੱਕ ਕੇ ਲੈ ਗਿਆ ਸੀ। ਜਿਨ ਸੀਤਾ ਆਂਦੀ ਡੋਰੂ ਵਾਏ, ਰੋਵੇ ਪਾਂਡਵ ਭਏ ਮਜੂਰ। ਜਿਹੜੇ ਕੌਰਵ ਪਾਂਡਵ ਇੱਕ ਰਾਜ ਦੇ ਮਾਲਕ ਸੀਗੇ, ਉਹਨਾਂ ਪਾਂਡਵਾਂ ਨੂੰ ਕਿਸੇ ਵੇਲੇ ਮਜ਼ਦੂਰੀ ਕਰਨੀ ਪਈ, ਨੌਕਰੀ ਕਰਨੀ ਪਈ। ਐਸੇ ਕਰਮ ਨੂੰ ਕਰਨ ਪਹਿਲਾਂ ਰੋਂਦੇ ਆ ਵੀ ਅਸੀਂ ਯਾਰ ਪਾਂਡਵਾਂ ਦੇ ਪੁੱਤਰ ਹੈ, ਪੁੱਤਰ ਸੀ ਜਾ ਕੇ ਨੌਕਰ ਲੱਗੇ। ਕਿਉਂਕਿ
ਜਿਨ ਕੇ ਸੁਆਮੀ ਰਹਿਤ ਹਦੂਰ, ਕਹਿੰਦੇ ਇਹਨਾਂ ਨੂੰ ਵੀ ਕਰਮ ਭੋਗਣੇ ਪਏ। ਨਾਲੇ ਕ੍ਰਿਸ਼ਨ ਦੇ ਸਾਥੀ ਸੀ, ਕ੍ਰਿਸ਼ਨ ਮੌਕੇ ਦਾ ਦੁਆਪਰ ਯੁੱਗ ਦਾ ਅਵਤਾਰ ਮੰਨਿਆ ਜਾਂਦਾ। ਰੋਵੇ ਜਨਮੇਜਾ ਖੋਏ ਗਿਆ, ਜਨਮੇਜੇ ਰਾਜੇ ਤੋਂ ਗਲਤੀ ਹੋਈ, ਉਹ ਵੀ ਚੁੱਕ ਗਿਆ ਇੱਕ ਵਾਰੀ। ਇੱਕੇ ਗਲਤੀ ਕਰਕੇ ਪਾਪੀ ਹੋ ਗਿਆ, ਇੱਕ ਹੀ ਕਾਰਨ ਪਾਪੀ ਭਇਆ। ਰੋਵੇ ਸੇਖ ਮਸ਼ਾਇਕ ਪੀਰ, ਅੰਤ ਕਾਲ ਮਤ ਲਾਗੇ ਤੀ ਪੀੜ। ਵੱਡੇ ਵੱਡੇ ਸੇਖ ਮਸ਼ਾਇਕ ਪੀਰ ਉਹ ਵੀ ਰੋਏ ਐ, ਕਿਉਂਕਿ ਉਹਨਾਂ ਦੇ ਕਰਮਾਂ ਦੇ ਫਲ ਸੀ। ਰੋਵੇ ਰਾਜੇ ਕੰਨ ਪੜਾਏ, ਗੋਰਖਨਾਥ ਦੇ ਕਈ ਚੇਲੇ ਭਰਥਰੀ ਵਰਗੇ, ਜਿਹੜੇ ਪਹਿਲਾਂ ਤਾਂ ਮਿੱਠੀਆਂ ਮਿੱਠੀਆਂ ਚੋਪੜੀਆਂ ਗੱਲਾਂ 'ਚ ਆ ਗਏ ਔਰ ਉਹਦੇ ਚੇਲੇ ਬਣ ਗਏ। ਉਹਨਾਂ ਨੇ ਸਿਰ ਘੋਲ ਮੋਲ ਕਰਤਾ, ਕੰਨ ਪਾੜ ਕੇ ਮੰਦਰਾਂ ਪਾਤੀਆਂ, ਝੋਲੀ ਚਗਾ ਕੇ ਮੰਗਲ ਤੋੜਤਾ। ਮਗਰੋਂ ਰੋਂਦੇ ਆ ਕਈ, ਯਾਰ ਛੱਡ ਪਰੇ, ਕਿਹੜੇ ਰੱਬ ਦੀ ਪਾਉਣ ਦੀ ਲੋੜ ਸੀ, ਆਹ ਕੀ ਹੋ ਗਿਆ। ਚੰਗਾ ਭਲਾ ਘਰੇ ਸਾਰੇ ਸੁੱਖ ਸਹੂਲਤਾਂ ਸੀ, ਘਰੇ ਨਹੀਂ ਰੱਬ ਮਿਲ ਸਕਦਾ ਸੀਗਾ। ਪਰ ਹੁਣ ਕੀ ਕਰ ਸਕਦੇ ਆ, ਹੁਣ ਤਾਂ ਕੰਨ ਪਾੜ ਕੇ ਜੋਗੀ ਬਣ ਚੁੱਕੇ ਆ। ਕੋ ਸੱਚੀ ਬਾਤ। ਰੋਵੇ ਰਾਜੇ ਕੰਨ ਪੜਾਏ, ਘਰ ਘਰ ਮੰਗਿਆ ਭੀਖਿਆ ਜਾਏ। ਰੋਵੇ ਕਿਰਪਨ ਸੰਚੈ ਧਨ ਜਾਏ, ਕੰਜੂਸ ਵੀ ਰੋਂਦਾ ਹੈ। ਕਿਉਂਕਿ ਇੱਕ ਐਸਾ ਕੰਜੂਸ ਹੋਇਆ, ਉਹਨੇ ਘਿਓ ਦਾ ਡੱਬਾ ਲਿਆਂਦਾ ਔਰ ਡੱਬਾ ਰੋਟੀ ਖਾਣ ਕੋਲੇ ਰੱਖ ਲਿਆ ਕਰੇ ਤੇ ਬੁਰਕੀ ਡੱਬੇ ਦੇ ਬਾਹਰ ਘਸਾ ਲਿਆ ਕਰੇ। ਕਹੋ ਸਤਨਾਮ। ਭਾਵ ਕੰਜੂਸ ਜਿਹੜਾ ਹੈ ਪੈਸੇ ਤਾਂ ਇਕੱਠੇ ਕਰਦਾ ਪਰ ਵਰਤਦਾ ਨਹੀਂਗਾ। ਤਾਂ ਸੁਮਹਿ ਧਨ ਰੱਖਣ ਕੋ ਦੀਆ, ਕੰਜੂਸ ਬੰਦੇ ਨੇ ਰੱਬ ਦੀ ਡਿਊਟੀ ਲਾਈ ਹੈ। ਰੱਬ ਨੇ ਕੰਜੂਸ ਬੰਦੇ ਦੀ, ਬਈ ਤੂੰ ਪੈਸਾ ਵਰਤਣਾ ਨਹੀਂਗਾ, ਤੂੰ ਇਕੱਠਾ ਕਰਕੇ ਰੱਖਣਾ। ਵਰਤਣਗੇ ਤੇਰੇ ਜਵਾਕ ਚੱਲੇ ਅੱਗੇ ਜਾ ਕੇ, ਤੂੰ ਨਹੀਂ ਵਰਤਣਾ। ਤੇ ਕੰਜੂਸ ਕਦੋਂ ਰੋਂਦਾ ਹੈ, ਜਦੋਂ ਉਹਦਾ ਕੋਈ ਧਨ ਚੋਰੀ ਕਰਕੇ ਲੈ ਜੇ। ਕੋ ਸਤਨਾਮ। ਤਾਂ ਕਿਰਪਨ ਰੋਵੇ ਕਿਰਪਨ ਸੰਚੈ ਧਨ ਜਾਏ, ਸੰਚਿਆ ਹੋਇਆ ਧਨ ਜਦੋਂ ਚੋਰੀ ਹੋ ਜਾਂਦਾ ਹੈ। ਪੰਡਿਤ ਰੋਵੇ ਗਿਆਨ ਗਵਾਏ, ਪੰਡਿਤ ਗਿਆਨੀ ਜਦੋਂ ਆਪਣੇ ਗਿਆਨ ਦੀ ਵਰਤੋਂ ਨਹੀਂ ਕਰਦੇ। ਭਾਵ ਜਿਹੜੇ ਸਾਧ ਜੇਲ੍ਹਾਂ 'ਚ ਬੈਠੇ ਨੇ, ਉਹ ਦੁਨੀਆ ਵਿੱਚ ਬੜੇ ਹਰਮਨ ਪਿਆਰੇ ਸੀ, ਦੁਨੀਆ ਸਤਿਕਾਰ ਦਿੰਦੀ ਸੀ, ਪਰ ਉਹਨਾਂ ਨੇ ਆਪਣਾ ਗਿਆਨ ਪਾਸੇ ਧਰ ਕੇ ਇਸਤਰੀਆਂ ਦੀ ਬੇਅਦਬੀ ਕੀਤੀ। ਹੁਣ ਜੇਲ੍ਹਾਂ 'ਚ ਬੈਠੇ ਰੋਂਦੇ ਹੋਣਗੇ। ਕੋ ਸਤਿਨਾਮ। ਆਪਣੇ ਗਿਆਨ ਨੂੰ ਸਮਝਿਆ ਨਹੀਂ, ਯਾਦ ਨਹੀਂ ਕੀਤਾ ਕਿ ਅਸੀਂ ਸਤਿਕਾਰਯੋਗ ਆ। ਦੁਨੀਆ ਵਿੱਚ ਲੋਕ ਸਾਨੂੰ ਰੱਬ ਵਾਂਗੂ ਮੰਨਦੇ ਆ ਤੇ ਅਸੀਂ ਕਿੱਧਰ ਚੱਲਦੇ ਆ। ਪੰਡਿਤ ਮਤਲਬ ਜਾਤ ਨਹੀਂ ਹੈ, ਭਾਵ ਗਿਆਨੀ। ਜਦੋਂ ਗਿਆਨੀ ਆਪਣੇ ਗਿਆਨ ਦੀ ਵਰਤੋਂ ਨਹੀਂ ਕਰਦਾਗਾ ਆਪਦੇ ਵਾਸਤੇ। ਕਰ ਦੀਪਕ ਕੂਏ ਪੜੈ, ਉਸ ਬੰਦੇ ਦੀ ਕੀ ਅਸੀਂ ਮਹਾਰਾਜ ਜੀ ਕਹਿੰਦੇ ਖਿਆਲ ਕਰੀਏ। ਜਿਹਦੇ ਹੱਥ ਵਿੱਚ ਗਿਆਨ ਦਾ ਦੀਵਾ ਹੋਵੇ, ਫਿਰ ਵੀ ਖੂਹ 'ਚ ਡਿੱਗੇ ਉਹਨੂੰ ਕੌਣ ਬਚਾ ਸਕਦਾ। ਕੋ ਸਤਨਾਮ। ਪੰਡਿਤ ਰੋਵੇ ਗਿਆਨ ਗਵਾਏ, ਬਾਲੀ ਰੋਵੇ ਨਾਹੇ ਭਤਾਰ। ਬਾਲੀ ਸੁਗਰੀਵ ਦੋਨੇ ਭਰਾ ਸੀ ਗੁਰੂ ਪਿਆਰਿਓ, ਪਰ ਇਹਨਾਂ ਦੀ ਲੜਾਈ ਹੋਈ, ਇੱਕ ਮਾਰਿਆ ਗਿਆ। ਤਾਂ ਬਾਲੀ ਰੋਂਦਾ ਮੇਰਾ ਭਰਾ ਮਰ ਗਿਆ। ਤੇ ਬਾਲੀ ਦਾ ਦੂਸਰਾ ਅਰਥ ਹੈ ਇਸਤਰੀ, ਬੱਚੀ। ਜਿਸ ਦਾ ਸਿਰ ਦਾ ਪਤੀ ਮਰ ਜਾਵੇ ਉਹ ਵੀ ਦੁਖੀ ਹੈ ਕਿ ਉਹਦਾ ਭਤਾਰ ਪਤੀ ਮਰ ਗਿਆ। ਨਾਨਕ ਦੁਖੀਆ ਸਭ ਸੰਸਾਰ, ਇਹ ਸੰਸਾਰ 'ਚ ਕੋਈ ਵੀ ਸੁਖੀ ਨਹੀਂ ਹੈ। ਸੇਠਾ ਵਾਹ ਮਹਾਰਾਜ। ਫਿਰ ਸੁਖੀ ਕੌਣ ਹੈ? ਮੰਨੇ ਨਾਮ ਸੋਈ ਜਿਨ ਜਾਏ। ਜਿਹੜਾ ਪਰਮੇਸ਼ਰ ਦੇ ਨਾਮ ਨਾਲ ਜੁੜੇਗਾ ਉਹ ਆਪਣੀ ਜ਼ਿੰਦਗੀ ਨੂੰ ਜਿੱਤ ਕੇ ਜਾਵੇਗਾ। ਔਰੀ ਕਰਮ ਨਾਲ ਲੇਖਿਆ ਲਾਏ। ਇਦਾਂ ਦੇ ਸਾਰੇ ਬਚਨ ਧੰਨ ਗੁਰੂ ਨਾਨਕ ਦੇਵ ਜੀ ਨੇ ਇਹ ਸ਼ਬਦ ਉੱਥੇ ਉਚਾਰ ਕੇ ਸੁਣਾਇਆ ਦੋਹਰਾ। ਵਰਦਾਨੇ ਸੁਨ ਸ਼੍ਰੋਣ ਮੈਂ ਕਹੋ ਬਚਨੇ ਪਾਏ। ਜਦੋਂ ਪਾਤਸ਼ਾਹ ਨੇ ਬਚਨ ਉਚਾਰਿਆ, ਭਾਈ ਮਰਦਾਨਾ ਕਹਿੰਦਾ ਜੀ ਇਹਦਾ ਕੀ ਮਤਲਬ ਹੈ? ਸਰਬ ਸ਼ਬਦ ਕੋ ਅਰਥ ਅਬ ਦੀਜੇ ਹਮੇ ਸੁਨਾਏ। ਕਿਰਪਾ ਕਰਕੇ ਸਾਨੂੰ ਇਹ ਸ਼ਬਦ ਦੇ ਅਰਥ ਸੁਣਾਉਣੇ ਕਰੋ। ਚੌਪਈ ਸ਼੍ਰੀ ਨਾਨਕ ਤਬ ਅਰਥ ਬਕਾਨੇ, ਸਰਬ ਬਿਰਤਾਂਤ ਵਿਦਾਈ ਮਹਾਨੇ। ਔਰ ਨਾਨਕ ਜੀ ਨੇ ਫਿਰ ਇਹ ਸਾਰੀਆਂ ਕਹਾਣੀਆਂ ਜਿੰਨੀਆਂ ਸਾਖੀਆਂ ਨਾਲ ਸ਼ਬਦਾਂ ਵਿੱਚ ਭਰੀਆਂ ਉਹ ਸੁਣਾਉਣੀਆਂ ਕੀਤੀਆਂ ਅੱਗੇ। ਸਤ ਸਮੇਤ ਕਰਤ ਹੈ ਜੋ ਹੋਤ ਸੁਰਗ ਮੈਂ ਅਦਪਤ ਸੋ। ਵਿਚਾਰਾ ਇੱਥੇ ਰੋਕਦੇ ਆ, ਸਮਾਂ ਸਮਾਪਤੀ ਦੀ ਆ। ਕਥਾ ਦਾ ਸਮਾਂ 5 ਤੋਂ 6 ਵਜੇ ਤੱਕ ਦਾ। ਆਪਣਾ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਿਆ ਕਰੋ। ਇਹਨਾਂ ਸ਼ਬਦਾਂ ਦੀ ਵਿਚਾਰ ਆਪਾਂ ਆਉਣ ਵਾਲੇ ਦਿਨਾਂ ਵਿੱਚ ਕਰਦੇ ਰਹਾਂਗੇ। ਗੁਰੂ ਕਿਰਪਾ ਕਰਨ ਸਰਬੱਤ ਸੰਗਤਾਂ ਨੂੰ ਅੱਜ ਦੇ ਪਵਿੱਤਰ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ। ਅੰਮ੍ਰਿਤ ਵੇਲੇ ਕਥਾ ਇਸ ਵਿਸ਼ੇ ਤੇ ਹੋਈ ਸੀ। ਧੰਨ ਗੁਰੂ ਨਾਨਕ ਦੇਵ ਜੀ ਦਾ, ਧੰਨ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਜੋ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਕੀਤੇ ਗਏ ਸੁਬਾ। तो गुरु कृपा करने इत्थे रोकण दी आग्या बख्शो। बोलदियां ने का अखरवाद घट हो जाते सिख संगतां दे सतगुरु बख्शण योग है, बख्श लेना जी। समाप्ति करिए। बुलाओ फतेह पाओ फतेह।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੈ ਪਾਰ ਬ੍ਰਹਮ ਅਵਿਨਾਸੀ ਸੀ ਅਗਨਾਸ ਹੇ ਪੂਰਨ ਹੈ ਸਰਬ ਸੁਖ ਮੈਂ ਪੰਜਨ ਗੁਣਤਾਸ ਹੇ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਟੀਕ ਹੇ ਗੋਬਿੰਦ ਹੈ ਗੁਣ ਨਿਦਾਨ ਚਾਹੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਪੀਓ ਬਨਹਾਰ ਹੇ ਸੰਤ ਕੈ ਸਦਾ ਸੰਗ ਦਾਰਾ ਆਧਾਰ ਹੇ ਠਾਕੁਰ ਹੁੰਦਾ ਸਰੋ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਕੋਈ ਪਰੋਏ ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਤ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਏਕ ਓੰਕਾਰ ਸਤਿਗੁਰ ਇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਗਨ ਹੈ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਗਨ ਹੈ ਬਿਨਾਸਨ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।